ਕਬੂਤਰਾਂ ਦੇ ਨਾ ਪਰ ਠੀਕ ਨਹੀਂ ਆਉਂਦੇ, ਇਹਦੇ ਪਿੱਛੇ ਮੇਨ ਰੀਜ਼ਨ ਕੀ ਹੁੰਦੀ ਹੈ? ਜੀ ਮੇਨ ਰੀਜਨ ਇਹ ਹੀ ਹੁੰਦੀ ਹੈ ਜੀ, ਜਿਹੜਾ ਦੇਖਿਆ ਲਾਹੌਰ ਵਿੱਚ ਵੀ ਕਾਫੀ ਜ਼ਿਆਦਾ ਦੋਸਤ ਨੇ ਜੀ ਜਿਹੜੇ ਕਬੂਤਰ ਆਏ ਨੂੰ ਬਰਫ਼ ਵਾਲਾ ਠੰਡਾ ਪਾਣੀ ਇਸਤੇਮਾਲ ਕਰਵਾਉਂਦੇ ਨੇ। ਜੀ। ਅੱਛਾ ਉਸਤਾਦ ਜੀ, ਇਹ ਸੀਜ਼ਨ ਲਾਹੌਰ ਦੇ ਕਿੰਨੇ ਘਰਾਂ ਨਾਲ ਬਾਜ਼ੀਆਂ ਲੱਗੀਆਂ ਤੁਹਾਡੀਆਂ? ਮੇਰਾ ਜੀ ਲਾਹੌਰ 4 ਘਰਾਂ ਨਾਲ ਸ਼ੌਕ ਹੈ। ਕਿਹੜੇ ਉਸਤਾਦ ਹੈਦਰ ਜੋਈਆ ਸਾਹਿਬ, ਜੀ ਜੀ ਮਲਕ ਆਸਫ, ਇੱਕ ਮਿੱਠੂ ਭੱਟੀ ਜੀ। ਤੇ ਇੱਕ ਖਲੀਫਾ ਯਾਸਰ ਭਾਈ। ਉਸਤਾਦ ਜੀ ਦਾ ਕੀ ਰਿਜ਼ਲਟ ਰਿਹਾ ਇਹਦਾ? ਅੱਛਾ ਉਸਤਾਦ ਜੀ, ਇੱਕ ਦੋ ਇੰਟਰਵਿਊ ਮੈਂ ਸੁਣੇ ਨੇ, ਕਲਿੱਪ ਵਗੈਰਾ ਚੜੇ ਹੋਏ ਹਨ। ਉਸਤਾਦ ਕੁਝ ਆਖਦੇ ਨੇ ਕਿ ਅਸੀਂ ਪੰਜਾਬ ਲੈਵਲ ਤੇ ਪੰਜਾਬ ਕਾ ਇਸ ਵਜ੍ਹਾ ਤੋਂ ਨਹੀਂ ਖੇਡਦੇ ਹੈ, ਉੱਥੇ ਮੁਨਸੀ ਵਗੈਰਾ ਠੀਕ ਨਹੀਂ ਹੁੰਦੀ। ਇਸ ਗੱਲ ਤੇ ਕਿੰਨੀ ਕੁ ਸੱਚਾਈ ਹੈ? ਕੋਈ 2-3 ਮੈਂਬਰਾਂ ਦਾ ਫੈਸਲਾ ਸੀ, ਉਹਦੇ ਦਿਲਦਾਰੀ ਬਹੁਤ ਜ਼ਿਆਦਾ ਹੋਈ ਸੀ ਮੇਰੇ ਨਾਲ, ਸਰਾਸਰ ਬਹੁਤ ਜ਼ਿਆਦਾ ਜ਼ਿਆਦਤੀ ਹੋਈ ਸੀ। 2023 ਦੀ ਗੱਲ ਸੀ, 23 ਦੀ ਮੇਰਾ ਇੱਕ ਬੱਚਾ ਉਹਨਾਂ ਕੱਟਿਆ ਸੀ। ਫਿਰ ਮੈਂ ਉਹ ਬੱਚਾ ਚੌਧਰੀ ਸਾਹਿਬ ਦੇ ਕੋਲ ਲੈ ਕੇ ਵੀ ਗਿਆ ਸਾਂ, ਉਹਨਾਂ ਨੂੰ ਜਾ ਕੇ ਦਿਖਾਇਆ ਸੀ। ਉਹਨਾਂ ਫਿਰ ਬਿਆਨ ਵੀ ਦਿੱਤਾ ਸੀ ਬਿਲਕੁਲ ਆਈ ਬੱਚਾ ਸੀ। ਉਸ ਦੌਰਾਨ ਮੇਰੇ ਨਾਲ ਜੀ ਮੇਰਾ ਉਸ ਟਾਈਮ ਤੇ ਮੇਰਾ ਦਿਲ ਕਰਦਾ ਸੀ ਮੈਂ ਸ਼ੌਕ ਨੂੰ ਅਲਵਿਦਾ ਕਰ ਦਿਆਂ, ਇੰਨੀ ਜ਼ਿਆਦਾ ਮਿਹਨਤ। ਅੱਛਾ ਉਸਤਾਦ ਜੀ, ਤੁਸੀਂ ਆ ਕੇ ਗੱਲ ਕੀਤੀ ਅੱਗੇ KP ਕੀ ਬਣਨ ਵਾਲੀ ਸਾਈਡ ਤੋਂ ਅਸੀਂ ਮੁਕਾਬਲਾ ਜਿਹੜਾ ਇਹਨਾਂ ਨਾਲ ਉਹ ਹਰੇ ਹਾਂ, ਇਹਦੇ ਪਿੱਛੇ ਕੀ ਵਜ੍ਹਾ ਹੈ? ਜੀ ਇਹਦੇ ਪਿੱਛੇ ਵਜ੍ਹਾ ਇਹ ਵੀ ਕਿ ਅਗਰ ਅਸੀਂ KP ਕੇ ਬਣਨ ਵਾਲਿਆਂ ਨੂੰ ਪੁੱਛ ਲਈਏ ਨਾ ਜੀ। ਅੱਛਾ ਸਾਈ, ਤੁਹਾਡੀ ਇੱਕ ਹੋਮ ਬਰੀਡ ਹੈ ਮੋਨਾਲੀਜ਼ਾ, ਉਹਦੇ ਬੜੇ ਚਰਚੇ ਨੇ ਜੀ। ਜੀ ਉਹਦੇ ਪਿੱਛੇ ਕੀ ਹਿस्ट्री है, आम जानना चाहती है? जी उनके पीछे हिस्ट्री है वे जी। अस्सलाम वालेकुम दोस्तों, मैं हूं आपका दोस्त, आपका होस्ट आकिब, गल्फ पिजन न्यूज़ सियालकोट की तरफ से। आज आपको पंजाब की ऐसी यंग शख्सियत से मिलाते हैं जिन्होंने बहुत ही कम उम्र में अपना लोहा मनवाया है। 3-4 साल से बहुत अच्छे माशाल्लाह से परफॉर्मेंस दिए हैं, बहुत आला रिकॉर्ड दिए हैं। हम बात करें चौधरी आसफ राना साहब से, आइए हम इनसे पूछते हैं इनके शौक़ के बारे में, दाना पानी के बारे में, और कुछ हमारे जो प्लेयर हैं, यंग प्लेयर हैं, उनके लिए टिप्स भी लेंगे इनसे, और इनके प्रवासी कबूतर का शौक़ भी करते हैं। जी उस्ताद मोहतरम, की हाल चाल है? जी शुक्र लगा ब्रदर, ठीक ठाक। शौक कैसा जा रहा है? शौक माशाल्लाह बहुत अच्छा जा रहा है जी। सीज़न 2026 जी जेठ कैसा रहा ਤੁਹਾਡਾ? माशाल्लाह बहुत अच्छा रहा जी, अच्छा भी रहा नहीं भी रहा, मौसम की नज़र नहीं अच्छा रहा जी। मौसम ने बहुत ज़्यादा सानू तंग किया ते बाकी शुक्र अलहमदुलिल्लाह जी, अल्लाह पाक दा शुक्र है जी। फिर भी असी बहुत अच्छे रहे जी, बहुत ज़्यादा लोगों नालों असी अच्छे रहे, अल्लाह पाक दा बड़ा करम है जी साढ़े ते। अच्छा उस्ताद जी, सीज़न किन्ने घरां नाल बाजियां लगियां सन? साड़ियाँ जी 131 घरां बाजियां सन जी, ते टूर्नामेंट्स तकरीबन 45-46 45 टूर्नामेंट है सन। ते 1-to-1 ਜਿਹੜੇ ਮੁਕਾਬਲੇ ਹੋਏ ਇਹਨਾਂ ਦੀ ਕੀ ਰਿਜ਼ਲਟ ਰਿਹਾ? जी अलहमदुलिल्लाह जी, अल्लाह पाक दा बड़ा करम होया जी। 131 घरां नाल साडे 1-to-1 मुकाबले सन, ਜੀ ਜੀ। जिंदे च असी 117-18 घरां तो असी 1-to-1 मुकाबले हरे हाँ ते 117-18 घरां को असी 18 घरां तो सॉरी 18-19 घरां तो असी मुकाबले हरे हाँ। बाकी घरां तो असी 100+ 1-to-1 मुकाबले जिते हैं जी माशाल्लाह। जिंदे च असी ज़्यादा सानू लॉस नुकसान जिहड़ा होया जी, वो सानू बन्नू KP के मैदान ਜਿਹੜੇ ਸਾਡੇ ਟੂਰਨਾਮੈਂਟ 1-to-1 ਮੁਕਾਬਲੇ ਸਨ, ਅਸੀਂ ਉੱਥੋਂ ਉਹਨਾਂ ਕੋਲ ਸੀ ਰਹੇ ਹਾਂ ਜੀ, ਉਹਨਾਂ ਭਰਾਵਾਂ ਕੋਲੋਂ। ਅੱਛਾ ਉਸਤਾਦ ਜੀ, ਇਹਦੇ ਵੀ ਤੁਹਾਡੇ ਕੋਲ ਵਜ੍ਹਾ ਪੁੱਛਾਂਗੇ ਉਸ ਸਾਈਡ ਤੋਂ ਕਿਉਂ ਜ਼ਰੂਰ ਜੀ ਜ਼ਰੂਰ, ਅਸੀਂ ਦੱਸਾਂਗੇ ਜੀ ਵਜ੍ਹਾ ਕਿਉਂ ਨਹੀਂ। ਤੇ ਟੂਰਨਾਮੈਂਟ ਦੀ ਕੀ ਸੂਰਤ ਹਾਲ ਰਹੀ ਉਸਤਾਦ ਜੀ? ਟੂਰਨਾਮੈਂਟ ਜੀ ਮਾਸ਼ਾਅੱਲਾ ਪੋਜੀਸ਼ਨਾਂ ਸਾਰੇ ਟੂਰਨਾਮੈਂਟ ਹੀ ਆਈਆਂ ਨੇ, ਕੁਝ 11 ਰੋਜ਼ਾ ਟੂਰਨਾਮੈਂਟ, ਕੁਝ ਟੂਰਨਾਮੈਂਟ ਐ ਸਨ, ਕੋਈ 5-7 ਉਹਨਾਂ ਵਿੱਚੋਂ ਕੋਈ ਸਾਡੀਆਂ ਟੂਰਨਾਮੈਂਟਾਂ ਦੀ ਪੋਜੀਸ਼ਨਾਂ ਨਹੀਂ ਆਈਆਂ। ਉਹ ਵੀ ਲਾਸਟ ਡੇ ਆਖਰੀ ਦਿਨ ਫਿਰ ਸਾਨੂੰ ਮੌਸਮ ਦੀ ਨਜ਼ਰ ਸਾਡੇ 3 ਪਰਿੰਦੇ ਨਹੀਂ ਬੈਠੇ, ਜਿੰਦੀ ਵਜ੍ਹਾ ਤੋਂ ਅਸੀਂ ਕੁਝ ਟੂਰਨਾਮੈਂਟਾਂ 'ਚੋਂ ਬਾਹਰ ਹੋ ਗਏ, ਕੁਝ ਟੂਰਨਾਮੈਂਟਾਂ ਦੇ ਵਿੱਚ ਅਸੀਂ ਨੰਬਰਾਂ 'ਚ ਆ ਗਏ ਸਾਂ। ਸਹੀ ਹੋ ਗਿਆ। ਤੇ ਉਸਤਾਦ ਜੀ ਅਸੂ ਆ ਰਿਹਾ ਵੇ ਜੀ, ਇਹਦੀ ਪਰਪਟਾਈ ਵਗੈਰਾ ਹੋਈ? ਜੀ ਅਸੂ ਦੀ ਪਰਪਟਾਈ ਕੀਤੀ ਜੀ, ਕਬੂਤਰ ਪੱਟੇ ਹੋਏ ਨੇ ਜੀ। ਜੀ ਹਾਂ ਜੀ, ਤਿਆਰੀ ਕਰ ਰਹੇ ਹਾਂ ਜੀ ਅਸੂ ਦੀ। ਇਹ ਤਾਂ ਕਿੰਨੇ ਘਰਾਂ ਨਾਲ ਬਾਜ਼ੀ ਲੱਗ ਚੁੱਕੀ ਹੈ? ਨਹੀਂ ਜੀ ਅਸੂ ਜੀ ਅਸੀਂ ਸ਼ੌਕ ਨਹੀਂ ਕਰਦੇ ਜੀ, ਬਹੁਤ ਘੱਟ ਸ਼ੌਕ ਕਰੀਦਾ। ਅਗਰ ਸ਼ੌਕ ਕਰੀਏ ਵੀ ਤੇ ਅਸੀਂ ਆਪਣੇ ਜ਼ਿਲ੍ਹੇ 'ਚ ਸ਼ੌਕ ਕਰਨੇ ਆ ਜੀ, ਸ਼ੇਖਪੁਰਾ ਦੇ ਵਿੱਚ ਅਸੂ ਦਾ। ਪੰਜਾਬ ਵਿੱਚ ਅਸੀਂ ਨਹੀਂ ਸ਼ੌਕ ਕਰਦੇ ਅਸੂ ਦਾ, ਪੰਜਾਬ ਅਸੀਂ ਜੇਠ ਹੀ ਖੇਡਣੇ। ਸਹੀ ਹੋ ਗਿਆ। ਤੇ ਉਸਤਾਦ ਜੀ ਅਸੂ ਵਿੱਚ ਪਰਪਟਾਈ ਦੇ ਦੌਰਾਨ ਦਾਣਾ ਕੀ ਪਾ ਰਹੇ ਹੋ ਕਬੂਤਰਾਂ ਦੇ, ਕਿ ਪਰ ਅੱਛੇ ਆ? ਅਸੀਂ ਜੀ ਅਸੂ ਦੇ ਵਿੱਚ ਪਰਪਟਾਈ 'ਚ ਅਸੀਂ ਸਵੇਰ ਸਰੋਂ ਦਾ ਨਾਸ਼ਤਾ ਕਰਵਾਉਂਦੇ ਹਾਂ ਜੀ ਕਬੂਤਰਾਂ ਨੂੰ। ਉਸ ਤੋਂ ਬਾਅਦ ਚਨੇ, ਕਣਕ, ਬਾਜਰਾ ਤੇ ਮੂੰਗ ਜਿਹੜੀ ਦਾਲ ਹੈ ਉਹ ਅਸੀਂ ਡਾਲਨੇ ਆ। ਬਸ ਇਸ ਦਾਣੇ ਤੋਂ ਇਲਾਵਾ ਅਸੀਂ ਕੋਈ ਦਾਣਾ ਨਹੀਂ ਡਾਲਦੇ, ਨਾ ਕੋਈ ਅਸੀਂ ਭੋਰੇ ਪਾਉਂਦੇ ਹਾਂ ਤੇ ਨਾ ਕੋਈ ਅਸੀਂ ਹੋਰ ਕੋਈ ਦਾਣਾ ਪਾਉਂਦੇ ਹਾਂ। ਸਰ ਜੀ
ਕੁਝ ਕਬੂਤਰ ਆਉਂਦੇ ਨਾ ਪਰ ਠੀਕ ਨਹੀਂ ਆਉਂਦੇ, ਇਹਦੇ ਪਿੱਛੇ ਮੇਨ ਰੀਜ਼ਨ ਕੀ ਹੁੰਦੀ ਹੈ? ਜੀ ਮੇਨ ਰੀਜਨ ਇਹ ਹੀ ਹੁੰਦੀ ਹੈ ਜੀ, ਜਿਹੜੇ ਲੋਕ ਵਿਟਾਮਿਨ ਕੈਲਸ਼ੀਅਮ ਵਿਟਾਮਿਨ ਜ਼ਿਆਦਾ ਕਬੂਤਰਾਂ ਨੂੰ ਇਸਤੇਮਾਲ ਕਰਵਾਉਂਦੇ ਨੇ, ਉਹਨਾਂ ਜੀ। ਕਬੂਤਰਾਂ ਦੇ ਪਰ ਨਹੀਂ ਅੱਛੇ ਨਿਕਲਦੇ। ਉਹ ਬਰੀਕ ਲੰਬਾਈ ਜ਼ਿਆਦਾ ਜਿਹੜੇ ਨੇ ਪਰ ਨਿਕਲ ਜਾਂਦੇ ਨੇ। ਤੇ ਜਿਹੜੇ ਖਾਸ ਉੱਡਣ ਵਾਲੇ ਕਬੂਤਰ ਨੇ ਜੀ, ਇਹਨਾਂ ਨੂੰ ਕੈਲਸ਼ੀਅਮ ਵਿਟਾਮਿਨ ਨਹੀਂ ਇਸਤੇਮਾਲ ਕਰਨਾ ਚਾਹੀਦਾ। ਅੱਛਾ ਉਸਤਾਦ ਜੀ, ਕੁਝ ਉਸਤਾਦ ਜਿਹੜੇ ਨੇ ਉਹ ਦੱਸਦੇ ਨੇ ਕਿ ਫਿਲਟਰਡ ਪਾਣੀ ਡਾਲੋ ਪਰ ਪੜਾਈ ਦੇ ਦੌਰਾਨ, ਕਿਉਂਕਿ ਪਰ ਅੱਛੇ ਆਉਂਦੇ ਨੇ। ਇਹਦੇ ਪਿੱਛੇ ਕਿਸ ਹੱਦ ਤੱਕ ਸੱਚਾਈ ਹੈ? ਜੀ ਫਿਲਟਰ ਵਾਲਾ ਪਾਣੀ ਤੇ ਕਬੂਤਰਾਂ ਨੂੰ ਮੁਸਲਸਲ ਡਾਲਣਾ ਚਾਹੀਦਾ। ਇਹ ਨਹੀਂ ਕਿ ਹੁਣ ਪਟਾਈ ਕੀਤੀ ਤੇ ਉਹਨਾਂ ਨੂੰ ਜਿਹੜੇ ਕੋਈ 40 ਦਿਨ ਹੈ ਨਹੀਂ ਜਾਂ 50 ਦਿਨ ਉਹਨਾਂ ਨੂੰ ਫਿਲਟਰ ਵਾਲਾ ਪਾਣੀ ਡਾਲੋ। ਤੇ ਅਗਰ ਦੇਖਿਆ ਜਾਏ ਤੇ ਜਿਵੇਂ ਇਨਸਾਨ ਆਪਣੀ ਕੇਅਰ ਕਰਦਾ ਆਪਣੇ ਆਪ ਦੀ, ਉਵੇਂ ਹੀ ਇਹ ਸਾਡੇ ਬੱਚੇ ਨੇ ਜੀ, ਸਾਨੂੰ ਇਹਨਾਂ ਦੀ ਵੀ ਕੇਅਰ ਉਵੇਂ ਹੀ ਕਰਨੀ ਚਾਹੀਦੀ ਹੈ। ਮੈਂ ਇਹਨਾਂ ਲਈ ਜਿਹੜਾ ਆਪਣਾ ਇੱਥੇ ਬੋਰ ਕਰਵਾਇਆ ਜੀ, ਮੈਂ 700 ਫੁੱਟ ਬੋਰ ਕਰਵਾਇਆ ਹੈ ਕਬੂਤਰਾਂ ਦੇ ਪਾਣੀ ਲਈ। ਕਿਆ ਬਾਤ। ਅੱਛਾ ਉਸਤਾਦ ਜੀ, ਮੌਸਮ ਵੀ ਇੰਦਾ ਚੱਲ ਰਿਹਾ, ਅੱਖਾਂ ਦਾ ਵਾਇਰਸ ਬੜਾ ਆਇਆ ਪਿਆ ਵੇ, ਜੀ ਇਹਦੇ ਲਈ ਕੁਝ ਟਿਪਸ ਦਿਓ ਨਾ। ਉਹਦੇ ਲਈ ਜੀ ਅਸੀਂ ਜੋ ਇਸਤੇਮਾਲ ਕਰਨੇ ਆ ਜੀ, ਅਸੀਂ ਉਹ ਦੱਸਾਂਗੇ ਜੀ ਜਿੰਦਾ ਸਾਨੂੰ ਪਤਾ ਜੀ। ਅਸੀਂ ਇੱਕ ਤੇ ਟੈਲੋਪੇਨ ਇੰਜੈਕਸ਼ਨ ਇਸਤੇਮਾਲ ਕਰਨੇ ਆ, ਉਹਨਾਂ ਦੀ ਅੱਖਾਂ 'ਚ ਕਤਰਾ ਕਤਰਾ ਡਾਲ ਲਈਦਾ। ਅਗਰ ਕੋਈ ਅੱਖ ਖਰਾਬ ਹੈ, ਕੋਈ 2 ਪੁਆਇੰਟ ਲਗਾ ਵੀ ਲਈਦੇ ਨੇ ਟੈਲੋਪੇਨ ਇੰਜੈਕਸ਼ਨ ਦੇ। ਤੇ ਅਗਰ ਉਹਦੇ ਨਾਲ ਅੱਖਾਂ ਨਾ ਕਵਰ ਹੋਣ, ਟੈਲੋਡੋਕਸੀ ਔਰ ਏਵਲ ਇੰਜੈਕਸ਼ਨ ਅਸੀਂ ਉਹ ਇਹਨਾਂ ਨੂੰ ਦਾਣੇ ਦੇ ਨਾਲ ਇਸਤੇਮਾਲ ਕਰਾਉਂਦੇ ਹਾਂ। 4-5 ਦਿਨ ਦਾ ਕੋਰਸ ਕਰਾਉਂਦੇ ਹਾਂ, ਉਹਦੇ ਨਾਲ ਅਲਹਮਦੁਲਿਲਾ ਠੀਕ ਹੋ ਜਾਂਦੇ ਨੇ। ਤੇ ਉਸਤਾਦ ਜੀ, ਕੁਝ ਜਦੋਂ ਪਰ ਫਟਾਈ ਹੁੰਦੀ ਹੈ ਤੇ ਕੁਝ ਕਬੂਤਰ ਦਾਣਾ ਖਾਣਾ ਛੱਡ ਜਾਂਦੇ ਨੇ, ਸਿਪ ਨਿਕਲ ਜਾਂਦੀ ਹੈ, ਤੇ ਉਹਨਾਂ ਵਾਸਤੇ ਕੀ ਕਹੋਗੇ? ਜੀ ਪਰਪਟਾਈ ਦੇ ਦੌਰਾਨ ਜਿਹੜਾ ਜੀ ਅਸੀਂ ਤੇ ਅਕਸਰ ਸਾਡੇ ਨਾਲ ਤੇ ਨਹੀਂ ਮਸਲਾ ਬਣਿਆ। ਅਸੀਂ ਤੇ ਪਰਪਟਾਈ ਵੀ ਜਿਹੜੀ ਕਰਨੇ ਆ, ਕਬੂਤਰਾਂ ਨੂੰ ਦਾਣਾ ਖਵਾ ਕੇ ਰਜਾ ਕੇ ਉਹਨਾਂ ਦੇ ਫਿਰ ਪਰ ਅਸੀਂ ਪੱਟੀ ਦੇ ਨੇ। ਅਸੀਂ ਭੁੱਖੇ ਪੇਟ ਉਹਨਾਂ ਦੀ ਪਰਪਟਾਈ ਨਹੀਂ ਕਰਦੇ। ਤੇ ਕੁਝ ਉਸਤਾਦ ਦੱਸਦੇ ਨੇ ਕਿ ਜਦੋਂ ਪਰ ਫਟਾਈ ਕਰਨੀ ਹੁੰਦੀ ਹੈ 20 ਦਿਨ ਪਹਿਲਾਂ ਜਿਹੜਾ ਨਾ ਉਹਦੇ ਕੈਂਚੀ ਨਾਲ ਬਾਹਰੋਂ ਲਾਪਰ ਫੜੋ ਤਾਂ ਕਿ ਉਹ ਡੈਡ ਹੋ ਜਾਏ। ਪਰ ਇਹਦੇ 'ਚ ਕਿਸ ਹੱਦ ਤੱਕ ਸੱਚਾਈ ਹੈ? ਸਾਡੇ ਕੋਲ ਇੰਜ ਦੀ ਗੱਲ ਕੋਈ ਨਹੀਂ ਜੇ, ਨਾ ਅਸੀਂ ਕਦੀ ਕਬੂਤਰ ਲਾਪਰੇ ਜੇ ਅੱਛਾ। ਤੇ ਨਾ ਕੋਈ ਸਾਡੇ ਕੋਲ ਇਹ ਲਾਪਰਨ ਵਾਲੀ ਗੱਲ ਹੈ। ਲੇਕਿਨ ਅਗਰ ਕੁਛ ਲਿਹਾਜ਼ ਨਾਲ ਦੇਖਿਆ ਜਾਏ ਤੇ ਉਹ ਬੜਾ ਬੈਸਟ ਹੈ। ਲੇਕਿਨ ਉਹ ਲਾਪਰਦੇ ਨਹੀਂ, ਗੋਲ ਰੱਖ ਕੇ ਕੱਢਦੇ ਨੇ ਕਿ ਉਹ ਨੀਚੇ ਹਿਲ ਜਾਣ, ਪਹਿਲੇ ਹੀ ਹਿਲ ਜਾਣ ਕਬੂਤਰ, ਅੰਦਰ ਬਾਹਰ ਫਿਰਨ ਟੁਰਨ ਉਹਨਾਂ ਨੂੰ ਜਿਹੜਾ ਨਾ ਜੀ, ਉਹ ਜਿਹੜੇ ਕਬੂਤਰ ਕੋਸ਼ਿਸ਼ ਕਰਦੇ ਨੇ ਫਟੀਆਂ ਦੇ ਜਾਣ ਦੀ ਵਜ੍ਹਾ ਨਾਲ ਕਬੂਤਰ ਆਪਣੇ ਪਰ ਖਰਾਬ ਕਰਦੇ ਨੇ, ਉਹਨਾਂ ਦੇ ਲਿਹਾਜ਼ ਨਾਲ ਅਗਰ ਦੇਖਿਆ ਜਾਏ ਤੇ ਉਹ ਮੇਰੇ ਖਿਆਲ ਨਾਲ ਬੈਸਟ ਹੈ। ਨਹੀਂ, ਆਖਦੇ ਨੇ ਕਿ ਅਗਰ ਤੁਸੀਂ ਕੱਟ ਦੋਗੇ ਤੇ ਉਹ ਪਰ ਡੈਡ ਹੋ ਜਾਂਦਾ ਹੈ, ਖੂਨ ਦੀ ਜਿਹੜੀ ਤਰਸੀਲ ਹੈ ਉਹ ਬੰਦ ਹੋ ਜਾਂਦੀ। ਨਹੀਂ, ਇੰਜ ਦੀ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਹੈ। ਨਹੀਂ, ਜਿਹੜਾ ਪਰ ਨਿਕਲ ਆਉਂਦਾ ਉਹਦੇ 'ਚ ਫਿਰ ਖੂਨ ਰਹਿ ਕਿੱਥੇ ਜਾਂਦਾ ਜੀ? ਜਿਹੜਾ ਕੰਪਲੀਟ ਕਬੂਤਰ ਸਰ ਹੋ ਜਾਂਦਾ ਉਹਦੇ ਵਿੱਚ ਕਿੱਥੇ ਪਰ ਦੇ ਵਿੱਚ ਬਲੱਡ ਹੁੰਦਾ ਜੀ? ਉਹਦੀ ਕੰਨੀ ਤੁਸੀਂ ਕੋਈ ਕਬੂਤਰ ਦੀ ਤੋੜ ਕੇ ਉਹਨੂੰ ਮਰੋੜ ਕੇ ਦੇਖ ਲਓ, ਉਹਦੇ ਕਿੱਥੋਂ ਬਲੱਡ ਹੈ? ਅਗਰ ਕੱਚਾ ਪਰ ਪਟੋਗੇ ਬਲੱਡ ਆਏਗਾ, ਪੱਕੇ ਪਰ 'ਚ ਬਲੱਡ ਨਹੀਂ ਆਏਗਾ। ਸਹੀ ਹੋ। ਅੱਛਾ ਸਾਹ ਜੀ, ਕਬੂਤਰ ਜਿਹੜਾ ਵੇ ਅਕਸਰ ਜਦੋਂ ਪ੍ਰਵਾਸ 'ਚ ਵਾਪਸ ਆਉਂਦਾ ਵੇ ਜੀ ਤੇ ਪੋਰਟ ਜਾਮ ਕਰ ਲੈਂਦਾ, ਮਿੱਠਾ ਨਹੀਂ ਮਾਰਦਾ ਹੈ ਜੀ, ਉਹਦੇ ਲਈ ਕੋਈ ਟਿਪ ਦੱਸੋ? ਅਸੀਂ ਤੇ ਜੀ ਉਹਦੇ ਲਈ ਅਸੀਂ ਗਰਮ ਪਾਣੀ ਨਾਲ ਉਹਨੂੰ ਕਬੂਤਰ ਨੂੰ ਸਾਂਭੀਦਾ ਜੀ, ਕਬੂਤਰ ਚੱਲ ਜਾਂਦਾ ਜੀ 100%। ਠੰਡਾ ਪਾਣੀ ਅਸੀਂ ਨਹੀਂ ਜੀ ਇਸਤੇਮਾਲ ਕਰਦੇ। ਕਈ ਲੋਕ ਨੇ ਅਕਸਰ ਦੇਖਿਆ ਲਾਹੌਰ ਵਿੱਚ ਵੀ ਕਾਫੀ ਜ਼ਿਆਦਾ ਦੋਸਤ ਨੇ ਜਿਹੜੇ ਕਬੂਤਰ ਆਏ ਨੂੰ ਬਰਫ਼ ਵਾਲਾ ਠੰਡਾ ਪਾਣੀ ਇਸਤੇਮਾਲ ਕਰਵਾਉਂਦੇ ਨੇ, ਲੇਕਿਨ ਨਹੀਂ, ਅਸੀਂ ਤੇ ਗਰਮ ਪਾਣੀ ਦੇ ਨਾਲ ਕਬੂਤਰ ਨੂੰ ਸਾਂਭੀਦਾ ਜੀ। ਗਰਮ ਪਾਣੀ ਨਾਲ ਹੀ ਉਹਨਾਂ ਨੂੰ ਟਰਾਈਦਾ, ਕਬੂਤਰ 2-4-5 ਮਿੰਟ ਵਿੱਚ ਫਰੈਸ਼ ਹੋ ਜਾਂਦਾ ਜੀ। ਤੇ ਸਾਜੀ ਅਕਸਰ ਵੇਖਿਆ ਗਿਆ ਹੈ ਕਬੂਤਰ ਜਿਹੜੇ ਨੇ ਹਰੀਆਂ ਮਿੱਠਾ ਨਹੀਂ ਛੱਡਦੇ ਆ ਜੀ ਪ੍ਰਵਾਸ ਤੋਂ ਬਾਅਦ ਜੀ। ਉਹ ਤੇ ਹਰੀ ਵਿਟ ਦੀ ਜਿਹੜੀ ਹੈ ਜੀ, ਜਾਂ ਤੇ ਕਬੂਤਰ ਠੰਡਾ ਹੋਏਗਾ ਉਹ ਹਰੀ ਵਿਟ ਕਰੇਗਾ, ਜਾਂ ਕਬੂਤਰ ਕਮਜ਼ੋਰ ਹੋਏਗਾ, ਜ਼ਿਆਦਾ ਜ਼ੋਰ ਲਾ ਕੇ ਬੈਠੇਗਾ, ਉਹ ਹਰੀ ਵਿਟ ਕਰੇਗਾ। ਤੇ ਸਾਜੀ ਦਾ ਕੋਈ ਇਲਾਜ ਦੱਸੋ, ਮਤਲਬ ਅਗਰ ਕੋਈ ਕਮਜ਼ੋਰ ਹੈ ਤਾਂ ਉਹਦਾ ਇਲਾਜ ਦੱਸੋ, ਤੇ ਜੇ ਅਗਰ ਠੰਡਾ ਕੀਤਾ ਹੈ ਤੇ ਉਹਦੇ ਬਾਰੇ ਵੀ ਦੱਸੋ ਜੀ। ਠੰਡਾ ਤੇ ਵੇਖੋ ਨਾ ਜੀ, ਬਹੁਤ ਘੱਟ ਕਰਨਾ ਚਾਹੀਦਾ। ਅਸੀਂ ਆਪਣੀ ਕਬੂਤਰਬਾਜ਼ੀ ਜੀ ਠੰਡਾ ਨਹੀਂ ਕਰਦੇ ਆ ਜੀ, ਗਰਮ ਕਬੂਤਰ ਹੀ ਉੜਦਾ ਜੀ, ਤੇ ਅਸੀਂ ਗਰਮ ਹੀ ਉਡਾਉਂਦੇ ਹਾਂ ਜੀ। ਤੇ ਗਰਮ ਵਾਸਤੇ ਕਰਨ ਵਾਸਤੇ ਜੀ ਬਿਹਤਰੀਨ ਹਾਲੇ ਹੀ ਹੈ ਜੀ, ਉਹਨਾਂ ਨੂੰ ਕੋਈ ਜਵੈਨ, ਕੋਈ ਸੁੰਡ, ਕੋਈ ਕਾਲੀ ਮਿਰਚ, ਮੋਟੀ ਇਲਾਚੀ ਦਾ ਕੋਈ ਦਾਣੇ ਦੇ ਨਾਲ ਪਾਣੀ ਕਰਾ ਲੈਣ। ਅਗਰ ਉਹਨਾਂ ਦੀ ਕੋਈ ਸੀਤ ਹੈ, ਠੰਡ ਹੈ, ਤੇ ਉਹ 1-2 ਪਾਣੀ ਕਰਾਉਣ ਦੇ ਨਾਲ ਉਹਨਾਂ ਦੀ ਸੀਤ ਖਤਮ ਹੋ ਜਾਏਗੀ। ਅੱਛਾ ਉਸਤਾਦ ਜੀ, ਇਹ ਰਹਾਇਸ਼ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿਆ ਜੇਠ ਦੇ ਵਿੱਚ ਕੰਮ ਤੇ ਹਟਦਾ ਹੈ ਰਹਾਇਸ਼? ਜੀ ਬਿਲਕੁਲ ਜੀ। ਐ ਸੀਜ਼ਨ ਤੁਸੀਂ ਅਸੀਂ ਆਪਣੇ ਕਬੂਤਰ ਰੈਸ਼ਨਲੀ
ਨਹੀਂ ਰੈਸ਼ਨਲ ਹੀ ਉਡਾਉਂਦੇ ਆ ਜੀ, ਸਾਡੇ ਕਬੂਤਰ ਰੈਸ਼ਨਲ ਉਡਦੇ ਆ ਗਰਮੀ ਦੇ ਵਿੱਚ ਵੀ ਆ ਜਿਹੜਾ ਜੇਠ ਤੁਸੀਂ ਗਿਆ ਰਾਸ਼ ਦੇ ਕੇ use- ਰੈਸ਼ਨਲ ਹੀ ਕਬੂਤਰ। ਅਸੀਂ ਆਪਣੀ ਸਾਡੀ ਕਬੂਤਰਬਾਜ਼ੀ ਚ ਰਾਇਸ਼ ਹੈ ਜੀ। ਕੁਝ ਉਸਤਾਦ ਆਖਦੇ ਨੇ ਕਿ ਗਰਮੀ ਪੈਂਦੀ ਹੈ ਤੇ ਕੰਮ ਹੀ ਨਹੀਂ ਦਿੰਦੀ ਰਾਸ਼। ਹਰ ਇੱਕ ਉਸਤਾਦ ਦੇਖੋ ਜੀ, ਹਰ ਇੱਕ ਦਾ ਆਪੋ ਆਪਣਾ ਫਨ ਹੈ, ਹਰ ਇੱਕ ਨੂੰ ਆਪੋ ਆਪਣਾ ਤਰੀਕਾਕਾਰ ਹੈ, ਲੇਕਿਨ ਅਸੀਂ ਰਾਇਸ਼ ਤੇ ਕਬੂਤਰ ਉਡਾਉਂਦੇ ਹਾਂ। ਅੱਛਾ ਸਾਹ ਜੀ, ਜਦੋਂ ਫਿਰਤਾਂ ਵਗੈਰਾ ਕਰਾਈ ਦੀਆਂ ਨੇ ਜੀ ਤੇ ਅਕਸਰ ਵੇਖੀਦਾ ਕਿ ਕਬੂਤਰ ਜਿਹੜਾ ਨਾ ਬੈਕ ਆਉਣਾ ਸਟਾਰਟ ਹੋ ਜਾਂਦਾ ਹੈ, ਪਰਫਾਰਮੈਂਸ ਅੱਛੀ ਦੇ ਰਿਹਾ ਹੁੰਦਾ, ਸਟਾਰਟਿੰਗ 'ਚ ਬੜੀ ਅੱਛੀ ਪਰਫਾਰਮੈਂਸ ਦੇ ਰਿਹਾ ਹੁੰਦਾ, ਬਾਅਦ ਉਹ ਬੈਕ ਆਉਣ ਲੱਗ ਪੈਂਦਾ। ਇਹਦੇ ਪਿੱਛੇ ਕੀ ਰੀਜ਼ਨ ਹੈ ਸਭ ਜੀ ਤੋਂ ਵੱਡਾ? ਇਹਦੇ ਪਿੱਛੇ ਰੀਜ਼ਨ ਇਹ ਹੀ ਹੈ ਜੀ, ਜਦੋਂ ਅਸੀਂ ਕਬੂਤਰਾਂ ਨੂੰ ਉਡਾਉਣਾ ਸ਼ੁਰੂ ਕਰਨੇ ਆ ਜੀ, ਸ਼ੁਰੂ ਸਟਾਰਟ ਤੇ ਕਬੂਤਰ ਜਿਹੜਾ ਹੈ ਨਾ ਉਹ ਲੰਮਾ ਹੀ ਉੱਡੇਗਾ। ਉਸ ਤੋਂ ਬਾਅਦ ਕਬੂਤਰ ਰਿਵਰਸ ਇੱਕ ਦਫਾ ਜ਼ਰੂਰ ਲਾਜ਼ਮੀ ਕਬੂਤਰ ਰਿਵਰਸ ਆਉਂਦੇ ਨੇ, ਭਾਵੇਂ ਚਾਹੇ ਅੱਸੂ ਦਾ ਮੌਸਮ ਹੈ, ਜੇੜ ਦਾ ਮੌਸਮ ਹੈ, ਵਿਸਾਖ ਚੇਤਰ ਹੈ, ਜੋ ਵੀ ਹੈ, ਕਬੂਤਰ ਇੱਕ ਦਫਾ ਰਿਵਰਸ ਆਉਂਦੇ ਨੇ। ਉਸ ਤੋਂ ਬਾਅਦ ਰਿਵਰਸ ਆਉਣ ਤੋਂ ਇਹ ਹੀ ਮੁਰਾਦ ਹੁੰਦਾ ਹੈ ਕਿ ਕਬੂਤਰ ਜਿਹੜੇ ਨੇ ਸਾਨੂੰ ਖੁਰਾਕ ਦਿਓ, ਉਹਨਾਂ ਦੀ ਵੀਕਨੈਸ ਉੱਡ ਕੇ ਕਮਜ਼ੋਰੀ ਹੋ ਜਾਂਦੀ, ਜਿਹਦੀ ਵਜ੍ਹਾ ਤੋਂ ਫਿਰ ਕਬੂਤਰ ਰਿਵਰਸ ਹੁੰਦੇ ਨੇ। ਤੇ ਉਸ ਟਾਈਮ ਕਬੂਤਰਾਂ ਨੂੰ ਮੇਰਾ ਖਿਆਲ ਹੈ ਕਿ ਬਦਾਮ ਸਟਾਰਟ ਕਰ ਦੇਣੇ ਚਾਹੀਦੇ ਨੇ। ਉਹ ਫਿਰ ਆਸਤਾ ਆਸਤਾ ਕੋ 2 4 5 ਫਿਰਤਾਂ ਤੋਂ ਬਾਅਦ ਕਬੂਤਰ ਆਪਣੇ ਟਾਈਮਾਂ 'ਤੇ ਚਲੇ ਜਾਂਦੇ ਨੇ। ਤੁਹਾਡੇ ਹਿਸਾਬ ਨਾਲ ਕਿੰਨੀਆਂ ਫੜਕਾਂ ਤੋਂ ਬਾਅਦ ਕਬੂਤਰ ਬਦਾਮਾਂ ਦਾ ਹੱਕਦਾਰ ਹੋ ਜਾਂਦਾ ਹੈ? ਮੇਰੇ ਖਿਆਲ ਦੇ ਮੁਤਾਬਕ ਤੇ ਤਕਰੀਬਨ ਕਬੂਤਰ ਨੂੰ ਕਮ ਸੇ ਕਮ 25 26 ਫਿਰਤਾਂ ਆ ਜਾਣ। 5-6 ਉਸ ਤੋਂ ਬਾਅਦ ਡੱਕ ਦੀਆਂ ਅਗਰ ਬਾਜ਼ੀ 'ਚ ਕਬੂਤਰ ਉਡਾਉਣ ਵਾਸਤੇ ਕਮ ਸੇ ਕਮ 40 ਫਿਰਤਾਂ ਹੋਣੀ ਚਾਹੀਦੀਆਂ ਕਬੂਤਰ ਨੂੰ, ਡੱਕ ਬਾਈ ਡੱਕ। ਅਗਰ ਜਿਹੜੇ ਕਬੂਤਰ ਘੱਟ ਉੱਡਦੇ ਉਹਨਾਂ ਨੂੰ ਰੋਜ਼ਾਨਾ ਡਾਓ, ਜਿਹੜੇ ਲੰਮੇ ਅੱਛੇ ਕਬੂਤਰ ਉੱਡਦੇ ਉਹਨਾਂ ਨੂੰ ਚਲੋ ਇੱਕ ਰੈਸਟ ਦੇ ਲਓ। ਇੱਕ ਕਬੂਤਰ ਉੱਡਦੇ ਹੀ ਨਹੀਂ, ਇੱਕ ਉੱਡਦਾ 2 4 5 ਘੰਟੇ ਉੱਡ ਕੇ ਬਹਿ ਜਾਂਦਾ, ਉਹਨੂੰ ਕੀ ਰੈਸਟ ਦੇਣੀ ਹੈ? ਅਸੀਂ ਭਾਵੇਂ ਜੇਠ ਹੈ ਜਾਂ ਜੋ ਵੀ ਹੈ, ਅਸੀਂ 10 11 12 ਵਜੇ ਵਾਲੇ ਕਬੂਤਰ ਨੂੰ ਨਹੀਂ ਰੈਸਟ ਦਿੰਦੇ, ਮਤਲਬ ਡੱਕ ਨਹੀਂ ਦਿੰਦੇ, ਨਹੀਂ ਡੱਕ ਨਹੀਂ ਗੇਟ ਦੇ ਵਿੱਚ ਵੀ ਨਹੀਂ ਦਿੰਦੇ ਉਹ? ਨਾ ਜੀ। ਜੇ ਅਗਰ ਬਹੁਤ ਜ਼ਿਆਦਾ ਟੈਂਪਰੇਚਰ ਹੈ ਉਹਦੇ 'ਚ ਕਬੂਤਰ ਅਗਰ ਬੈਠਾ ਹੈ ਤੇ ਫਿਰ ਹੈ ਉਹਨੂੰ ਕੋਈ ਰੈਸਟ ਦੇ ਦਈਏ, ਨਹੀਂ ਤੇ ਅਸੀਂ 9 10 ਵਜੇ ਵਾਲੇ ਨੂੰ ਤੇ ਖਾਸ ਕਰਕੇ ਜੇਠ 'ਚ ਵੀ ਭਾਵੇਂ ਜਿੰਨਾ ਵੀ ਟੈਂਪਰੇਚਰ ਹੈ ਉਹਨੂੰ ਸਵੇਰ ਲਾਜ਼ਮੀ ਫਿਰ ਡਾਣਾ ਹੁੰਦਾ। ਅੱਛਾ ਸਾਹ ਜੀ, ਦਾਣਾ ਪਾਣੀ ਦੇਸੀ ਰੱਖਦੇ ਹੋ ਜਾਂ ਮੈਡੀਸਨ ਵਗੈਰਾ? ਜੀ ਅਸੀਂ ਮੈਡੀਸਨ ਵੀ ਰੱਖਨੇ ਆ ਜੀ, ਦੇਸੀ ਵੀ ਰੱਖਨੇ ਆ। ਇਹ ਹੁਣ ਜਿਹੜਾ ਦੌਰ ਗੁਜ਼ਰਦਾ ਜੀ, ਅਗਰ ਕੋਈ ਉਸਤਾਦ ਆ ਕੇ ਮੈਂ ਦੇਸੀ ਤੇ ਉਡਾਣਾ, ਮੈਂ ਨਹੀਂ ਜੀ ਮੰਨਦਾ। ਮੈਡੀਸਨ ਦਾ ਦੌਰ ਹੈ ਜੀ, ਮੈਡੀਸਨ ਵੀ ਚੱਲਦੀ, ਦੇਸੀ ਵੀ ਚੱਲਦੀ ਹੈ। ਇੱਕ ਦੋ ਇੰਟਰਵਿਊ ਮੈਂ ਵੀ ਕੀਤਾ, ਉਹ ਕਹਿ ਰਹੇ ਨੇ ਕਿ ਨਹੀਂ ਅਸੀਂ ਤੇ 100% ਜਿਹੜਾ ਹੈ ਉਹ ਦੇਸੀ ਯੂਜ਼ ਕਰਨੇ ਆ। ਸ਼ਾਇਦ ਕਰਦੇ ਹੋਣਗੇ ਜੀ, ਲੇਕਿਨ ਮੇਰੀ ਕਬੂਤਰਬਾਜ਼ੀ 'ਚ ਸਾਡੇ ਕੋਲ ਦੇਸੀ ਹੈ ਦਾਣਾ ਪਾਣੀ, ਲੇਕਿਨ ਪਿਓਰ ਦੇਸੀ ਵੀ ਨਹੀਂ ਹੈ, ਉਹਦੇ 'ਚ ਵੀ ਮੈਡੀਸਨ ਦਾ ਟੱਚ ਹੈ। ਅਸੀਂ ਮਜੂਨ ਲਗਾਈ ਦੀ ਕਬੂਤਰਾਂ ਨੂੰ ਮਜੂਨ ਤੇ ਉਡਾਈਦਾ। ਟੈਂਪਰੇਚਰ ਜ਼ਿਆਦਾ ਹੋਏ ਤੇ ਫਿਰ ਅਸੀਂ ਕਬੂਤਰ ਮਜੂਨ ਤੇ ਉਡਾਉਂਦੇ ਹਾਂ ਗਰਮੀ 'ਚ। ਅਗਰ ਨਮੀ ਹੈ ਤੇ ਫਿਰ ਅਸੀਂ ਕੋਈ ਮੈਡੀਸਨ ਦਾ ਟੱਚ ਦੇ ਲੈਂਦੇ ਹਾਂ। ਮਜੂਨ ਜਿਹੜਾ ਵੇ ਤੁਸੀਂ ਮੈਡੀਸਨ ਵਾਲੀ ਹੈ ਦੂਸਰੀ? ਨਹੀਂ ਜੀ, ਹਲਕਾ ਟੱਚ ਹੈ ਜੀ ਮੈਡੀਸਨ ਦਾ। ਇਹ ਐਵੇਂ ਗਲਤ ਗੱਲ ਹੈ ਜੀ ਅਸੀਂ ਆਖੀਏ ਤੁਹਾਨੂੰ ਕਿ ਉਹ ਬਿਲਕੁਲ ਦੇਸੀ, ਉਹਦੇ 'ਚ ਕੋਈ ਮੈਡੀਸਨ ਨਹੀਂ, ਗਲਤ ਗੱਲ। ਮੈਡੀਸਨ ਦਾ ਟੱਚ ਹੈ ਜੀ। ਮੈਡੀਸਨ ਤੋਂ ਬਗੈਰ ਮੇਰਾ ਨਹੀਂ ਖਿਆਲ ਕਬੂਤਰ ਉਸਤਾਦ ਡਾਂਦੇ ਹੋਣ, ਲੇਕਿਨ ਬੜੇ ਬੜੇ ਅੱਛੇ ਉਸਤਾਦ ਬੈਠੇ ਨੇ ਜੀ ਸਾਡੇ ਪੰਜਾਬ ਵਿੱਚ ਜੀ। ਹੋ ਸਕਦਾ ਜੀ ਕਬੂਤਰ ਉਡਾਉਂਦੇ ਹੋਣ ਦੇਸੀ ਦੇ। ਜਿਹੜਾ ਅੱਛਾ ਕਬੂਤਰ ਹੈ ਜੀ, ਦੇਖੋ ਨਾ, ਇੱਕ ਕਬੂਤਰ ਆਪ 10 11 12 ਘੰਟੇ ਪ੍ਰਵਾਸ ਦਿੰਦਾ ਹੈ, ਜੀ ਜੀ, ਤੇ ਉਹਨੂੰ ਤੁਸੀਂ ਦੇਸੀ ਪਾਣੀ ਤੇ ਉਡਾ ਸਕਦੇ ਜੇ, ਉੱਡ ਸਕਦਾ। ਜਿਹੜਾ ਕਬੂਤਰ ਹੈ ਇੰਨੀ ਉਡਾਨ ਦਾ ਮਾਲਕ ਹੀ ਨਹੀਂ ਹੈ, ਜਿਹੜਾ 5-6 ਘੰਟੇ ਵਾਲਾ, ਉਹਨੂੰ ਦੇਸੀ ਨਾਲ ਕਿੰਨਾ ਕੁ ਉਡਾ ਲੋਗੇ? ਉਹ ਮੈਡੀਸਨ ਨਾਲ ਹੀ ਲੰਮਾ ਉੱਡੇਗਾ, ਦੇਸੀ ਨਾਲ ਲੰਮਾ ਨਹੀਂ ਉੱਡੇਗਾ। ਅੱਛਾ ਸਾਹ ਜੀ, ਤੁਸੀਂ ਆ ਕੇ ਗੱਲ ਕੀਤੀ ਅੱਗੇ KPK ਬਣਨ ਵਾਲੀ ਸਾਈਡ ਤੋਂ ਅਸੀਂ ਮੁਕਾਬਲਾ ਜਿਹੜਾ ਇਹਨਾਂ ਨਾਲ ਉਹ ਹਾਰੇ ਆ, ਇਹਦੇ ਪਿੱਛੇ ਕੀ ਵਜ੍ਹਾ ਹੈ ਜੀ? ਇਹਦੇ ਪਿੱਛੇ ਵਜ੍ਹਾ ਇਹ ਵੀ ਕਿ ਅਗਰ ਅਸੀਂ KPK ਬਣਨ ਵਾਲਿਆਂ ਨੂੰ ਪੁੱਛ ਲਈਏ ਨਾ ਜੀ, ਉਹ ਆਉਂਦੇ ਨੇ ਸਾਡੇ ਕੋਲ ਮੌਸਮ ਜਿਹੜਾ ਨਾ ਜੀ ਨਾਰਮਲ ਨਹੀਂ ਹੁੰਦਾ। ਲੇਕਿਨ ਜਿਹੜੇ ਸਾਡੇ ਉੱਥੇ ਦੋਸਤ ਸਾਹਿਬਾਬ ਬੈਠੇ ਨੇ ਨਾ ਜੀ, ਦੇਖੋ ਨਾ ਜੀ, ਹੁਣ ਅਸੀਂ ਸ਼ੋਅ ਕਰਨੇ ਆ, ਸਾਡੇ ਵੀ ਦੋਸਤ ਸਾਹਿਬਾਬ ਆਏ ਨੇ ਉੱਥੇ, ਲੇਕਿਨ ਉਹ ਸਾਡਾ ਪੰਜਾਬ ਦਾ ਤੇ KPK ਬੰਨੂ ਮਰਦਾਨ ਦੇ ਮੌਸਮ ਦਾ ਬਹੁਤ ਫਰਕ ਹੈ। ਅਗਰ ਉਹ ਨਹੀਂ ਇਸ ਚੀਜ਼ ਨੂੰ ਮੰਨਦੇ, ਉਹ 1 ਸਾਲ ਪੰਜਾਬ ਵਿੱਚ ਆ ਕੇ ਕਬੂਤਰ ਤੇ ਉਡਾਣ, ਉਹਨਾਂ ਨੂੰ ਪਤਾ ਲੱਗੇ ਕਿ ਫਰਕ ਹੈ ਤਾਂ ਨਹੀਂ। ਘਰ ਬੈਠਿਆਂ ਤੇ ਨਹੀਂ ਨਾ ਪਤਾ ਚੱਲਦਾ, ਘਰੋਂ ਬਾਹਰ ਆਣਗੇ, ਪੰਜਾਬ ਵਿੱਚ ਆ ਕੇ ਬੈਠਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ। ਤੇ ਜਾਂ ਪੰਜਾਬ ਦੇ ਵਿੱਚ ਆਪਣੇ ਕੁਝ ਉਹਨਾਂ ਦੇ ਜਿਹੜੇ ਸ਼ਾਗਿਰਦ ਨੇ, ਕੁਝ ਸ਼ਾਗਿਰਦ ਕਰਕੇ ਉਹਨਾਂ ਨੂੰ ਉਹਨੇ ਛੱਤਾਂ ਤੇ ਬਹਿ ਕੇ ਉੱਡਣ, ਜਾਂ ਉਹਨਾਂ ਨੂੰ ਉਡਾ ਕੇ, ਜਿਵੇਂ ਉਹਨਾਂ ਦੇ ਉੱਥੇ ਕਬੂਤਰ ਅੱਛੇ ਉੱਡਦੇ ਨੇ, ਇੱਥੇ ਉਡਾ ਕੇ ਦਿਖਾਣ ਜੀ। ਇਹ ਗੱਲ ਤੇ ਸੱਚਾਈ ਹੈ, ਸਾਰੀ ਪਾਰਟੀ ਜਿਹੜੀਆਂ ਨਾ ਉਧਰ ਰਿਜ਼ਲਟ ਦੇ ਰਹੀਆਂ ਨੇ। ਅਸਲ ਨਾਲ ਜੀ ਉਧਰ ਗਰਮੀ ਜਿੰਨੀ ਵੀ ਪੈ ਜਾਏ, ਮੌਸਮ ਵਿੱਚ ਨਮੀ ਰਹਿੰਦੀ ਹੈ, ਨਮੀ ਦੇ ਵਿੱਚ ਕਬੂਤਰ ਉੱਡ ਜਾਂਦੇ। ਸਾਡੇ ਪੰਜਾਬ ਵਿੱਚ ਵੀ ਅਗਰ ਗਰਮੀ ਦੇ ਵਿੱਚ ਅਗਰ ਨਮੀ ਕੁਝ % ਹੈ ਨਾ, ਕਬੂਤਰ ਅੱਛੇ ਉੱਡ ਕੇ ਬਹਿਣਗੇ। ਕਬੂਤਰ ਜਦੋਂ ਨਮੀ ਘੱਟ ਹੁੰਦੀ ਹੈ, ਉਦੋਂ ਕਬੂਤਰ ਥੋੜੇ ਰਿਵਰਸ ਹੁੰਦੇ ਨੇ, ਉਹਨਾਂ ਨੂੰ ਉਦੋਂ ਕਬੂਤਰ ਤੰਗ ਹੁੰਦੇ ਨੇ ਜੀ। ਤੁਹਾਡੇ ਲਿਹਾਜ਼ ਨਾਲ
ਪੰਜਾਬ ਦਾ ਕਿਹੜਾ ਏਰੀਆ ਟਫੈਸਟ ਹੈ ਮੌਸਮ ਦੇ ਨਾਲ? ਮੇਰੇ ਹਿਸਾਬ ਦੇ ਨਾਲ ਸਭ ਤੋਂ ਮੌਸਮ ਦੇ ਲਿਹਾਜ਼ ਨਾਲ ਸਿਆਲਕੋਟ। ਸਿਆਲਕੋਟ। ਸਿਆਲਕੋਟ ਸਭ ਤੋਂ ਜ਼ਿਆਦਾ ਇਸ ਸਾਲ ਵੀ ਨੁਕਸਾਨ, ਅਗਰ ਮੌਸਮ ਦੀ ਨਜ਼ਰ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਤੇ ਸਿਆਲਕੋਟ। ਸਿਆਲਕੋਟ ਜਿਹੜੇ ਸਾਡੇ ਭਰਾ ਸ਼ੋਅ ਕਰਦੇ ਨੇ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਜ਼ਿਆਦਾ ਮੌਸਮ ਖਰਾਬ ਹੋਏ ਨੇ ਸਿਆਲਕੋਟ ਦੇ ਵਿੱਚ। ਅੱਛਾ ਉਸਤਾਦ ਜੀ, ਇੱਕ ਦੋ ਇੰਟਰਵਿਊ ਮੈਂ ਸੁਣੇ ਨੇ, ਕਲਿੱਪ ਵਗੈਰਾ ਚੜੇ ਪਏ ਹਨ। ਉਸਤਾਦ ਕੁਝ ਆਖਦੇ ਨੇ ਕਿ ਅਸੀਂ ਪੰਜਾਬ ਲੈਵਲ ਤੇ ਪੰਜਾਬ ਕਾ ਇਸ ਵਜ੍ਹਾ ਤੋਂ ਨਹੀਂ ਖੇਡਦੇ ਹੈ, ਉੱਥੇ ਮੁਨਸੀ ਵਗੈਰਾ ਠੀਕ ਨਹੀਂ ਹੁੰਦੀ। ਇਸ ਗੱਲ ਤੇ ਕਿੰਨੀ ਕੁ ਸੱਚਾਈ ਹੈ ਜੀ? ਅਸਲ ਗੱਲ ਭਲਾ ਕੀ ਹੈ ਜੀ, ਦੇਖੋ ਨਾ, ਅਗਰ ਕੋਈ ਪਲੇਅਰ ਪੰਜਾਬ ਵਿੱਚ ਖੇਲਦਾ ਹੈ ਨਾ ਜੀ, ਕੋਈ ਪਲੇਅਰ ਵੀ ਹੈ, ਕੋਈ ਪੰਜਾਬ ਵਿੱਚ ਅਗਰ ਖੇਲਦਾ ਹੈ 1-to-1 ਮੁਕਾਬਲੇ ਲਾਉਂਦਾ, ਉਹ ਇੱਕ ਦੋ ਘਰ ਨਾਲ ਤਾਂ ਨਹੀਂ ਲਗਾਉਂਦਾ। ਜ਼ਿਆਦਾ ਤੋਂ ਜ਼ਿਆਦਾ ਘਰਾਂ ਨਾਲ 1-to-1 ਮੁਕਾਬਲੇ ਹੁੰਦੇ ਨੇ। ਤੇ ਅਗਰ ਕਿਸੇ ਨੂੰ ਕੋਈ ਮੁਨਸਬੀ ਦਾ ਆਪਣਾ ਕੋਈ ਹੈ ਕੋਈ ਥੋੜਾ ਬਹੁਤਾ ਮਸਲਾ, ਉਹ ਆਪਣਾ ਮੁਨਸਬ ਭੇਜ ਕੇ ਆਪਣਾ ਕਲੀਅਰ ਕਰ ਲੇ ਜੀ। ਮੈਂ ਤੇ ਆਖਾਂਗਾ, ਦੇਖੋ ਨਾ, ਅਗਰ ਤੁਸੀਂ ਜਾਂ ਤੇ ਫਿਰ ਇਹ ਵੇਗਾ ਤੁਹਾਨੂੰ ਮੁਨਸਬੀ ਦਾ ਕੋਈ ਕਿਸੇ ਨਾਲ ਕੋਈ ਮਸਲਾ ਕੋਈ ਇਤਰਾਜ਼ ਹੈ, ਤੁਸੀਂ ਕੋਸ਼ਿਸ਼ ਕਰੋ ਉਸ ਛੱਤ ਤੇ ਆਪਣਾ ਮੁਨਸਬ ਭੇਜੋ। ਇੱਕ ਦੋ ਕਲਿੱਪ ਮੈਂ ਲੇਕਿਨ ਮੈਂ ਇੱਕ ਗੱਲ ਜਾਣਨਾ ਜੀ, ਜਿਹੜੇ ਅੱਛੇ ਉਸਤਾਦਾਂ ਦੇ ਅੱਛੇ ਪਲੇਅਰ ਨੇ ਜੀ, ਉਹ ਮੁਨਸਬੀ ਕੋਈ ਵੀ ਬੈਠਾ ਹੈ ਨਾ ਜੀ, ਉਹ ਸ਼ੌਕ ਅੱਛੇ ਹੀ ਕਰਦੇ ਨੇ। ਆਪਣੇ ਇੱਜ਼ਤ ਦੀ ਖਾਤਰ ਹਰ ਬੰਦਾ ਸ਼ੌਕ ਅੱਛਾ ਕਰਦਾ, ਕੋਈ ਸ਼ੌਕ ਮਾੜਾ ਨਹੀਂ ਕਰਦਾ। ਤੇ ਜਿਹੜੀ ਇਹ ਦੌਰ ਗੁਜ਼ਰਦਾ ਪਿਆ ਨਾ, ਇਹ ਸੋਸ਼ਲ ਮੀਡੀਆ ਦਾ ਦੌਰ, ਇਹਦੇ 'ਚ ਮੇਰਾ ਨਹੀਂ ਖਿਆਲ ਕਿ ਅਗਰ ਕੋਈ ਦੋ ਨੰਬਰੀ ਕਿਸੇ ਛੱਤ ਤੇ ਹੁੰਦੀ ਹੋਏਗੀ, ਕੋਈ ਨਹੀਂ ਹੁੰਦੀ। ਆਉਂਦਿਆਂ ਵੀ ਵੀਡੀਓ ਬਣਦੀ ਹੈ, ਜਾਂਦਿਆਂ ਵੀ ਵੀਡੀਓ ਬਣਨ ਤੋਂ ਇਲਾਵਾ ਜੀ, ਹਰ ਛੱਤ ਤੇ ਇੰਨੇ ਕੁ ਜ਼ਿਆਦਾ ਸ਼ੌਕੀਨ ਬੰਦੇ ਨੇ ਕਿ ਹਰ ਛੱਤ ਤੇ ਹਰ ਟਾਈਮ ਕਮ ਸੇ ਕਮ 50-60-100 ਬੰਦਾ ਸ਼ੌਕ ਦੇਖਣ ਵਾਲਾ ਹੁੰਦਾ। ਕੋਈ ਐਸੀ ਛੱਤ ਪੰਜਾਬੀ ਦਿਖਾਓ ਜਿਨ੍ਹਾਂ ਦੇ ਕੋਲ ਲੋਕ ਸ਼ੌਕ ਦੇਖਣ ਨਹੀਂ ਆਉਂਦੇ। ਉਹਦੇ 'ਚ ਸਾਡੇ ਮੁਖਾਲਫ ਵੀ ਨੇ, ਸਾਡੇ ਹਮਾਇਤੀ ਵੀ ਨੇ, ਸਾਰੇ ਲੋਕ ਹੁੰਦੇ ਨੇ। ਸਾਡੀ ਛੱਤ ਤੇ ਕਮ ਸੇ ਕਮ ਰੋਜ਼ਾਨਾ ਦੀ ਬੁਨਿਆਦ 40-50-60 ਬੰਦਾ ਸ਼ੌਕ ਦੇਖਣ ਇੱਥੇ ਆਉਂਦਾ। ਸਾਡੇ ਕੋਲ ਇੱਥੇ ਜਿਹੜਾ ਨੀਚੇ ਜਿਹੜਾ ਨਾ ਜੀ ਮੇਲਾ ਲੱਗਾ ਹੁੰਦਾ, ਇੰਨੇ ਜ਼ਿਆਦਾ ਲੋਕ, ਦੋਸਤ ਅਹਿਬਾਬ ਵੀ, ਹਰੀਫ ਵੀ, ਸਾਰੇ ਸਾਡੇ ਸ਼ੌਕ ਦੇਖਣ ਆਉਂਦੇ ਨੇ ਜੀ। ਜਿੱਥੇ 100 ਬੰਦਾ ਸ਼ੌਕ ਦੇਖਣ ਆਉਂਦਾ, ਮੇਰਾ ਨਹੀਂ ਖਿਆਲ ਉੱਥੇ ਕੋਈ ਦੋ ਨੰਬਰੀ ਹੁੰਦੀ ਹੋਵੇ। ਜੇ ਅਗਰ ਉੱਥੇ ਹੋਵੇਗੀ ਤੇ ਕਦੀ ਲੁਕੀ ਨਹੀਂ ਹੈ, ਉਹ ਸਾਹਮਣੇ ਆ ਜਾਂਦੀ। ਹੁਣ 100 ਬੰਦਾ ਅਗਰ ਸ਼ੌਕ ਦੇਖਣ ਆਉਂਦਾ, ਉਹ 100 ਤੁਹਾਡਾ ਸੱਜਣ ਨਹੀਂ ਹੈ, ਉਹਦੇ 'ਚ ਤੁਹਾਡੇ ਹਰੀਫ ਵੀ ਨੇ। ਐਸੇ ਹੀ ਬਿਲਕੁਲ। ਮੈਂ ਤੇ ਇਹ ਗੱਲ ਕਰਾਂਗਾ, ਕੋਈ ਵੀ ਛੱਤ ਵਾਲਾ ਕੋਈ ਮੁਨਸਬੀ ਦੀ ਵਜ੍ਹਾ ਤੋਂ ਅਗਰ ਕੋਈ ਆਖੇ ਕੋਈ ਦੋ ਨੰਬਰੀ, ਨਹੀਂ, ਕੋਈ ਵੀ ਨਹੀਂ ਕਰਦਾ। ਮਤਲਬ ਬਗੈਰ ਤੁਸੀਂ ਸਬੂਤ ਤੋਂ ਇਲਜ਼ਾਮ ਲਗਾਉਣਾ ਹੈ, ਇਹ ਗਲਤ ਗੱਲ ਹੈ ਜੀ। ਬਿਲਕੁਲ ਜੀ। ਕਹਿੰਦੇ ਨੇ ਕਿ ਅਸੀਂ ਸ਼ਹਿਰ ਤੋਂ ਬਾਅਦ ਇਸ ਜਗ੍ਹਾ ਤੋਂ ਨਹੀਂ ਬਾਜ਼ੀਆਂ ਵਗੈਰਾ ਖੇਡਦੇ ਆ ਕਿ ਸਾਨੂੰ ਨਾ ਪੰਜਾਬ ਦੇ ਟੂਰਨਾਮੈਂਟ। ਮੈਂ ਤੇ ਦੇਖੋ ਨਾ ਜੀ, ਫਿਰ ਮੈਂ ਤੇ 2023 ਵੀ ਉੱਡਿਆ, 2024 ਵੀ ਉੱਡਿਆ, ਸੌਰੀ 2024, 25, 26 ਮੈਂ KPK ਬੰਨੂ 3 ਸਾਲ ਲਗਾਤਾਰ ਹੋ ਗਏ ਮੈਨੂੰ ਉੱਡਦਿਆਂ ਨੂੰ। ਮੈਂ ਤੇ ਇੱਕ ਦਿਨ ਵੀ ਨਹੀਂ ਮੁਨਸਬੀ ਮੇਰੀ ਉੱਥੇ ਲੱਗੀ। ਹੁਣ ਮੇਰਾ ਉਧਰ ਮੁਨਸਬ ਨਹੀਂ ਜਾਂਦਾ, ਮੈਂ ਉਹਨਾਂ ਨਾਲ ਸ਼ੌਕ ਨਾ ਕਰਾਂ। ਮੈਂ ਜੀ ਆਪਣਾ, ਮੇਰਾ ਇੰਨੇ ਸਾਲ ਹੋ ਗਏ ਨੇ ਜੀ ਸ਼ੌਕ ਕਰਦਿਆਂ ਨੂੰ। ਜੀ ਜੀ। ਤੇ ਮੇਰੀਆਂ ਮੁਨਸਬੀਆਂ ਡਿਊਟੀਆਂ ਜਿਹੜੀਆਂ ਨੇ ਮੇਰੇ ਸ਼ਹਿਰ 'ਚ ਹੀ ਮੇਰੀਆਂ ਲੱਗਦੀਆਂ ਨੇ। ਤੇ ਮੇਰੇ ਵੱਲ ਅੱਗੇ 2024-25 'ਚ ਅਗਰ ਮੇਰਾ ਮੁਨਸਬ ਜਿਹੜਾ ਆਉਂਦਾ ਰਿਹਾ, ਉਹ ਉਸਤਾਦ ਮਿੱਠੂ ਲਾਲੀ, ਹਸਨ ਲਾਲੀ ਦਾ ਆਉਂਦਾ ਸੀ, ਸਾਡੇ ਸ਼ਹਿਰ ਉਹਨਾਂ ਦਾ ਸ਼ਾਗਿਰਦ, ਉਹਨੂੰ ਭੇਜਦੇ ਸਨ। ਤੇ ਮੈਂ ਆਪਣਾ ਮੁਨਸਬ ਆਪਣੇ ਸ਼ਹਿਰ ਤੋਂ ਬਾਹਰ ਕਿਸੇ ਛੱਤ ਤੇ ਅਜੇ ਤੱਕ ਨਹੀਂ ਭੇਜਿਆ। ਉਸ ਟੋਨੀ ਭਾਈ ਨੇ ਭੇਜਿਆ ਸੀ ਸਿਆਲਕੋਟ ਪਿਛਲੇ ਸਾਲ। ਜਾਂ ਇਸ ਦਫਾ ਮੇਰੀ ਡਿਊਟੀ ਲੱਗੀ ਸੀ ਲਾਹੌਰ, ਮਲਕ ਆਸਫ ਦੀ ਛੱਤ ਤੇ 7ਵੀਂ ਬਾਜ਼ੀ ਤੋਂ ਬਾਅਦ ਮੈਂ ਉੱਥੇ ਆਪਣਾ ਮੁਨਸਬ ਭੇਜਿਆ। ਅੱਛਾ ਉਸਤਾਦ ਜੀ, ਇਹ ਸੀਜ਼ਨ ਲਾਹੌਰ ਦੇ ਕਿੰਨੇ ਘਰਾਂ ਨਾਲ ਬਾਜ਼ੀਆਂ ਲੱਗੀਆਂ ਤੁਹਾਡੀਆਂ? ਮੇਰਾ ਜੀ ਲਾਹੌਰ 4 ਘਰਾਂ ਨਾਲ ਸ਼ੌਕ ਹੈ। ਕਿਹੜੇ? ਉਸਤਾਦ ਹੈਦਰ ਜੋਈਆ ਸਾਹਿਬ, ਜੀ ਜੀ, ਮਲਕ ਆਸਫ, ਇੱਕ ਮਿੱਠੂ ਭੱਟੀ ਜੀ, ਤੇ ਇੱਕ ਖਲੀਫਾ ਯਾਸਰ ਭਾਈ। ਉਸਤਾਦ ਜੀ ਦਾ ਕੀ ਰਿਜ਼ਲਟ ਰਿਹਾ ਇਹਦਾ? ਮਾਸ਼ਾਅੱਲਾ ਬੜਾ ਅੱਛਾ ਜੀ, ਪਿਆਰ ਮੁਹੱਬਤ ਦੇ ਨਾਲ ਸ਼ੌਕ ਹੋਇਆ ਜੀ, ਬੜਾ ਸ਼ੌਕ ਦਾ ਮਜ਼ਾ ਆਇਆ ਜੀ ਉਹਨਾਂ ਦੇ ਨਾਲ। ਮੇਰਾ ਫਸਟ ਟਾਈਮ ਹੀ ਲਾਹੌਰ ਸ਼ੌਕ ਹੋਇਆ। ਤੇ ਇਹ ਭਾਈ ਜਿਹੜੇ ਨੇ ਫਸਟ ਟਾਈਮ ਹੀ ਲਾਹੌਰ ਤੋਂ ਬਾਹਰ ਨਿਕਲੇ ਨੇ, ਇਹਨਾਂ ਸ਼ੌਕ ਕੀਤਾ ਤੇ ਬਹੁਤ ਅੱਛਾ ਮਾਸ਼ਾਅੱਲਾ ਉਹਨਾਂ ਦੇ ਨਾਲ 1-to-1 ਟਫ ਮੁਕਾਬਲਾ ਹੋਇਆ ਜੀ, ਤੇ ਬੜਾ ਅੱਛਾ ਮਜ਼ਾ ਆਇਆ ਜੀ। ਰਿਜ਼ਲਟ ਕੀ ਰਿਹਾ ਉਸਤਾਦ ਜੀ? ਰਿਜ਼ਲਟ ਅਸੀਂ 4 ਘਰਾਂ ਤੋਂ ਵਿਨ ਹੋਏ ਜੀ। 4 ਘਰਾਂ ਨਾਲ ਸਾਡਾ ਮੁਕਾਬਲਾ ਸੀ, 4 ਘਰਾਂ ਤੋਂ ਅਸੀਂ ਵਿਨ ਹੋਏ। ਮਾਸ਼ਾਅੱਲਾ। ਉਸਤਾਦ ਜੀ ਅਸੀਂ ਵੇਖਿਆ ਵੇ 2025 ਵਿੱਚ ਮਾਸ਼ਾਅੱਲਾ ਤੁਹਾਡੇ 95 ਘਰਾਂ ਨਾਲ ਬਾਜ਼ੀ ਹਨ, 93 ਤੁਸੀਂ ਵਿਨ ਕੀਤੀ ਜੀ। ਐਤਕਾਂ ਤੁਸੀਂ ਦੱਸ ਰਹੇ ਹੋ ਕਿ 131 ਜੀ 131 ਹਨ ਤੇ ਮਾਸ਼ਾਅੱਲਾ 170 ਜਿਹੜਾ ਤੁਸੀਂ ਵਿਨ ਕੀਤੇ ਆ ਜੀ।
ਬਹੁਤ ਅੱਛੀ ਪਰਫਾਰਮੈਂਸ ਹੈ। ਇਹਦੇ ਪਿੱਛੇ ਕੀ ਵਜ੍ਹਾ, ਟੀਮ ਵਰਕ ਹੈ ਜਾਂ ਦਾਣਾ ਪਾਣੀ ਹੈ? ਜੀ ਟੀਮ ਵਰਕ ਵੀ ਹੈ, ਮਿਹਨਤ ਵੀ ਹੈ ਤੇ ਦਾਣਾ ਪਾਣੀ ਵੀ। ਟੀਮ ਵਰਕ ਜਿਹੜੀ ਹੈ ਨਾ ਜੀ, ਉਹ ਤੇ ਬਹੁਤ ਜ਼ਰੂਰੀ ਹੈ। ਇਕੱਲਾ ਬੰਦਾ ਤੇ ਹੁਣ ਪੰਜਾਬ ਵਿੱਚ ਸ਼ੋਅ ਕਰਕੇ ਇੰਨੀ ਮਿਹਨਤ ਨਹੀਂ ਕਰ ਸਕਦਾ। ਜੇ ਅਗਰ ਤੁਹਾਡੀ ਟੀਮ ਵਰਕ ਤੁਹਾਡੇ ਨਾਲ ਮੁਖਲਸ ਹੈ, ਤੁਸੀਂ ਸ਼ੋਅ ਕਰ ਸਕਦੇ ਜੇ। ਤੇ ਮੇਰੇ ਨਾਲ ਮੇਰੀ ਟੀਮ ਨੈਟਵਰਕ ਟੀਮ ਹੈ ਜੀ। ਮੇਰੇ ਭਾਈ ਨੇ, ਸਭ ਤੋਂ ਪਹਿਲੇ ਭਾਈ ਸਨਾਉਲਾ ਜੀ ਜੀ। ਭਾਈ ਸੀਰ ਨੇ, ਮੁਕਰਬ ਭਾਈ ਨੇ, ਮਾਨੂ ਨੇ, ਤੇ ਨਾਲ ਸਾਡੇ ਵੱਡੇ ਭਰਾ ਉਸਤਾਦ ਇਸਮਾਈਲ ਟੋਨੀ ਮੇਰੇ ਵੱਡੇ ਭਾਈ ਨੇ ਜੀ, ਮੇਰੇ ਨਾਲ ਰਲ ਕੇ ਮਿਲ ਕੇ ਸ਼ੋਅ ਕਰਦੇ ਨੇ ਜੀ। ਤੇ ਸਾਡੀ ਇੱਕ ਟੀਮ ਬਣੀ ਹੈ ਜੀ। ਅਸੀਂ ਮਿਹਨਤ ਕਰਨੇ ਆ, ਅੱਲਾਹ ਪਾਕ ਸਾਨੂੰ ਉਹਦਾ ਚੱਲ ਦਿੰਦਾ। ਅੱਛਾ, ਸਾਡੇ ਸ਼ੌਕ ਦੀ ਇਬਤਦਾ ਤੁਸੀਂ ਕਿਹੜੇ ਸਾਲ 'ਚ ਕੀਤੀ ਸੀ? ਮੈਂ ਜੀ 2000 ਤਕਰੀਬਨ 15-16 ਤੋਂ ਸਟਾਰਟ ਕੀਤਾ ਜੀ ਸ਼ੋਅ। ਤੇ ਪੰਜਾਬ ਟੂਰਨਾਮੈਂਟ 'ਚ ਕਿਦੋਂ ਹਿੱਸਾ ਲੈਣਾ ਸਟਾਰਟ ਕੀਤਾ ਸੀ? 2000 ਨਹੀਂ ਨਹੀਂ ਚੇਤਰ ਉੱਡੇ ਸਨ ਜੀ। ਉਸ ਤੋਂ ਪਹਿਲੇ ਅਸੀਂ ਤਕਰੀਬਨ 2020 2020। ਚੇਤਰ ਉੱਡੇ ਸਨ। 2021 ਫਿਰ ਜੇਠ ਉੱਡੇ ਸਨ। ਫਸਟ ਜੇਠ ਜਿਹੜਾ ਪੰਜਾਬ ਦਾ ਉੱਡੇ ਸਨ 2021 ਉੱਡੇ ਸਨ। ਸਾਡੀ ਫੈਮਿਲੀ ਸਪੋਰਟ ਨਹੀਂ ਹੁੰਦੀ ਇਹਦੇ ਬਾਰੇ, ਜੇ ਤੁਹਾਡੇ ਇਸ ਮਾਮਲੇ 'ਚ ਕੀ ਜੀ ਫੈਮਿਲੀ ਸਪੋਰਟ ਹੈ ਜੀ। ਮੇਰੇ ਸੀ? ਭਰਾ, ਜੀ ਮੇਰੇ ਘਰ ਵਾਲੀ ਮੇਰਾ ਸ਼ੋਅ ਕਰਵਾ ਰਹੇ ਨੇ ਜੀ। ਮੈਂ ਸ਼ੋਅ ਕਰ ਰਿਹਾ। ਸਹੀ ਹੈ। ਨਹੀਂ, ਕੁਝ ਲੋਕ ਇਹਨੂੰ ਸਮਝਦੇ ਨਹੀਂ ਆ ਕਿ ਅੱਛਾ ਸ਼ੌਕ ਨਹੀਂ ਹੈ। ਪਤਾ ਨਹੀਂ ਜੀ, ਉਹਨਾਂ ਦਾ ਸਾਨੂੰ ਨਹੀਂ ਜੇ ਪਤਾ, ਲੇਕਿਨ ਮੈਂ ਤੇ ਆਖਾਂਗਾ ਬੜਾ ਅੱਛਾ ਸ਼ੌਕ ਹੈ ਜੀ। ਬੰਦਾ ਆਪਣੇ ਸ਼ੌਕ ਵਿੱਚ ਬਿਜ਼ੀ ਰਹਿੰਦਾ। ਮੇਰੇ ਲਿਹਾਜ਼ ਨਾਲ ਤੇ ਬਹੁਤ ਅੱਛਾ ਸ਼ੌਕ। ਅੱਛਾ ਉਸਤਾਦ ਜੀ। ਭੈੜੀਆਂ ਮਹਿਫਲਾਂ ਤੋਂ ਇਨਸਾਨ ਬਚ ਜਾਂਦਾ ਜੀ। ਉਸਤਾਦ ਜੀ, ਜਿਹੜੇ ਤੁਹਾਡੇ ਜੇਠ ਦੇ ਕਬੂਤਰ ਨੇ ਪਰਫਾਰਮੈਂਸ ਦਿੱਤੀ ਜਿਹਨਾਂ ਨੇ, ਜੀ ਉਹ ਘਰ ਦੇ ਹਨ ਜਾਂ ਫਿਰ ਖਰੀਦੇ ਨੇ ਜਾਂ ਫਿਰ ਦੋਸਤਾਂ ਵੱਲੋਂ ਗਿਫਟ ਵਗੈਰਾ ਆਏ ਹਨ? ਨਹੀਂ ਜੀ, ਅਸੀਂ ਕਬੂਤਰ ਕੋਈ ਨਹੀਂ ਜੇ ਕਦੀ ਖਰੀਦੇ। ਖਰੀਦਣ ਵਾਲੀ ਤਾਂ ਗੱਲ ਕੋਈ ਨਹੀਂ। ਉਹ ਕਬੂਤਰ ਜਿਹੜੇ ਨੇ ਜੀ ਬੇਸਿਕਲੀ ਹੈ ਘਰ ਦੇ ਨੇ। ਉਹਨਾਂ ਦੇ ਪਿੱਛੇ ਜਿਹੜੇ ਕਬੂਤਰ ਨੇ ਜੀ, ਉਹ ਕਬੂਤਰ ਸਾਡੇ ਕੁਛ ਆਪਣੇ ਘਰ ਦੇ ਨੇ, ਕੁਛ ਸਾਡੇ ਭਾਈ ਨੇ ਉਸਤਾਦ ਇਸਮਾਈਲ ਟੋਨੀ ਸਾਹਿਬ ਗੁਜਰਾਂਵਾਲੇ ਤੋਂ, ਕੁਛ ਪਰਿੰਦੇ ਉਹਨਾਂ ਦੇ ਘਰ ਦੇ ਨੇ ਜੀ, ਤੇ ਕੁਛ ਮੇਰੇ ਉਸਤਾਦ ਮੁਹਤਰਮ ਉਸਤਾਦ ਸਨੀ ਜੱਟ ਤੂਫਾਨ ਵਾਲੇ ਉਹਨਾਂ ਦੇ ਘਰ ਦੇ ਨੇ ਜੀ। ਉਹਨਾਂ ਨੂੰ ਅਸੀਂ ਮੇਨਟੇਨ ਕਰਕੇ ਆਪਣੇ ਕਬੂਤਰ ਬਣਾਏ ਨੇ ਜੀ। ਉਹ ਕਬੂਤਰ ਅਸੀਂ ਉਡਾ ਰਹੇ ਹਾਂ। ਅੱਛਾ ਉਸਤਾਦ ਜੀ, ਤੁਹਾਡੀ ਇੱਕ ਹੋਮ ਬਰੀਡ ਮੋਨਾਲੀਜ਼ਾ, ਉਹਦੇ ਬੜੇ ਚਰਚੇ ਨੇ ਜੀ ਜੀ ਉਹਦੇ ਪਿੱਛੇ ਕੀ ਹਿਸਟਰੀ ਹੈ, ਆਮ ਜਾਣਨਾ ਚਾਹੁੰਦੀ? ਜੀ ਉਹਦੇ ਪਿੱਛੇ ਹਿਸਟਰੀ ਇਹ ਵੇ ਜੀ, ਉਹਦੀ ਮਾਂ ਉੱਡੀ ਸੀ 2025। ਅੱਛਾ। ਪੱਠੀ ਅਸੀਂ 6-7 ਪਾਰ ਦੀ ਪੱਠੀ ਪੱਟੀ ਸੀ ਆਪਣੇ ਘਰੋਂ। ਬੱਚਾ ਛੱਡਿਆ ਚੇਤਰ ਵਿੱਚ, ਅਸੀਂ ਉਹਨੂੰ ਪਟਾਈ ਦੇ ਦਿੱਤੀ। ਉਹ ਅਸੀਂ ਉਡਾਈ ਜੀ। ਤੀਸਰੀ ਬਾਜ਼ੀ ਉਹ ਰਾਤ ਰਹਿ ਗਈ, ਹਨੇਰੇ ਦੀ ਨਹੀਂ ਸੀ ਲੱਗੀ। ਉਸ ਤੋਂ ਬਾਅਦ ਅਸੀਂ ਉਹਨੂੰ ਰੋਕ ਲਿਆ। ਫਿਰ ਅਸੀਂ ਉਹਨੂੰ 10ਵੀਂ ਬਾਜ਼ੀ, ਸਾਡਾ 9ਵੀਂ ਬਾਜ਼ੀ ਸਾਡਾ ਕਬੂਤਰ ਨਾ ਬੈਠਾ ਉਹਦੀ ਜਗ੍ਹਾ ਤੇ ਅਸੀਂ ਮਾਦੀ ਸ਼ੇਰਨੀ ਡਾਲ ਦਿੱਤੀ। ਉਹ ਫਿਰ ਮਾਸ਼ਾਅੱਲਾ 10ਵੀਂ ਬਾਜ਼ੀ ਬਹੁਤ ਜ਼ਿਆਦਾ ਟੈਂਪਰੇਚਰ ਸੀ, 45-46 ਬਹੁਤ ਜ਼ਿਆਦਾ ਟੈਂਪਰੇਚਰ ਸੀ। ਤੇ ਇੱਕ ਦੋ ਘਰਾਂ ਦੇ ਕਬੂਤਰ ਸ਼ਾਮ ਬੈਠੇ ਸਨ। ਤੇ ਉਸ ਦੌਰਾਨ ਉਹ ਮਾਦੀ ਬੈਠੀ ਸੀ 7 ਵਜੇ ਕੇ ਮੁਕਰਫ 7:19 ਤੇ ਬੈਠੀ ਸੀ। ਤੇ ਉਸ ਤੋਂ ਬਾਅਦ ਪੰਜਾਬ ਵਿੱਚ ਇੱਕ ਕਬੂਤਰ ਬੈਠਾ ਸੀ। ਸਹੀ ਹੈ। ਅੱਛਾ ਸਾਈ, ਤੁਸੀਂ ਦੱਸ ਰਹੇ ਹੋ ਕਿ ਉਹਦੀ ਪੱਠੀ ਸੀ ਮੋਨਾਲੀਜ਼ਾ। ਜੀ ਉਹਦੀ ਪੱਠੀ ਸੀ। ਤੇ ਤੁਸੀਂ ਇਸ ਗੱਲ ਨੂੰ ਐਗਰੀ ਕਰਦੇ ਹੋ ਕਬੂਤਰ ਉਡਾ ਕੇ ਜਿਹੜੇ ਪਰਫਾਰਮੈਂਸ ਦਿੰਦੇ ਨੇ ਉਹਨਾਂ ਨੂੰ ਆਪਸ ਵਿੱਚ ਜੋੜ ਦੇਣਾ? ਜੀ ਬਿਲਕੁਲ ਜੀ। ਸਾਡੇ ਕੋਲ ਜਿਹੜੇ ਸਾਡੇ ਪਰਿੰਦੇ ਨੇ ਜੀ, ਜ਼ਿੰਦਾ ਮਿਸਾਲ ਨੇ ਜੀ। ਇਹ ਆ ਵੀ ਉੱਡੇ ਨੇ, ਇਹਨਾਂ ਦੇ ਪਿਓ ਵੀ ਉੱਡੇ ਨੇ, ਇਹਨਾਂ ਦੇ ਦਾਦੇ ਵੀ ਉੱਡੇ ਨੇ, ਨਾਨੇ ਵੀ ਉੱਡੇ ਨੇ। ਉਹ ਹੀ ਕਬੂਤਰ ਅੱਗੇ ਆ ਰਹੇ ਨੇ ਜੀ। ਕੋਈ ਐਸਾ ਕਬੂਤਰ ਨਹੀਂ ਜਿਹਦੇ ਮਗਰ ਕੋਈ ਐਸਾ ਪਰ ਜਾਂ ਕਬੂਤਰ ਨਾ ਹੋਵੇ ਜਿਹੜਾ ਆਪ ਖੁਦ ਨਾ ਉੱਡਿਆ ਹੋਵੇ। ਹੁਣ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ? ਬਿਲਕੁਲ ਜੀ, 100% ਐਗਰੀ ਕਰਨੇ ਆ ਜੀ। ਇੱਕ ਤੁਹਾਨੂੰ ਕਬੂਤਰ ਦਾ ਸ਼ੌਕ ਕਰਾਇਆ JF17, ਆਪ ਖੁਦ ਉੱਡਿਆ, ਉਹਦਾ ਭਰਾ ਉੱਡਿਆ, ਉਹਦਾ ਪਿਓ ਉੱਡਿਆ, ਅੱਗੋਂ ਉਹਦੇ ਦੋਤਰੇ ਉੱਡ ਰਹੇ ਨੇ, ਪੋਤਰੇ ਉੱਡ ਰਹੇ ਨੇ, ਉਹਦਾ ਪੁੱਤਰ ਉੱਡ ਰਿਹਾ। ਇਸ ਤੋਂ ਅੱਗੇ ਕੀ ਹੋ ਸਕਦਾ ਜੀ? ਅੱਛਾ ਉਸਤਾਦ ਜੀ, ਪੰਜਾਬ ਦੀ ਜਿਹੜੀ ਕਬੂਤਰ ਪਰਵਰੀ, ਇਹਨੂੰ ਕਿੰਨੇ ਨੰਬਰ ਦੋਗੇ 10 ਦੇ ਵਿੱਚੋਂ? ਜੀ 10 ਵਿੱਚੋਂ ਅਸੀਂ ਇਹਨੂੰ 10 ਨੰਬਰ ਹੀ ਦਿਆਂਗੇ ਜੀ। ਬਹੁਤ ਅੱਛਾ ਸ਼ੌਕ ਹੋ ਰਿਹਾ ਜੀ ਪੰਜਾਬ ਦਾ, ਤੇ ਬੜੇ ਬੜੇ ਅੱਛੇ ਪਲੇਅਰ ਨੇ ਜਿਹੜੇ ਪੰਜਾਬ ਵੀ ਸ਼ੌਕ ਕਰ ਰਹੇ ਨੇ, ਤੇ ਬਹੁਤ ਮਜ਼ਾ ਆ ਰਿਹਾ ਮਾਸ਼ਾਅੱਲਾ। ਤੇ ਉਸਤਾਦ ਜੀ, ਅਗਰ ਤੁਹਾਨੂੰ ਤਨਜ਼ੀਮ ਦੀ ਕਿਆਦਤ ਦੇ ਦਿੱਤੀ ਜਾਏ, ਤੁਸੀਂ ਕਿਹੜੀ ਚੇਂਜਿੰਗ ਲਿਆਓਗੇ ਇਹਦੇ ਵਿੱਚ? ਮੈਂ ਤੇ ਲਾਂਗਾ ਨਹੀਂ ਜੀ। ਜਿਹੜੇ ਸਾਡੇ ਕਮੇਟੀ ਮੈਂਬਰ ਭਰਾ ਹੈ ਨੇ ਜੀ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਉਹਨਾਂ ਦੀ ਯਾਤੀ ਹੋਏ ਜੀ। ਉਹ ਸਾਡਾ ਸ਼ੌਕ ਕਰਵਾ ਰਹੇ ਨੇ, ਤੇ ਅਸੀਂ ਉਹਨਾਂ ਦੀ ਸਰਪ੍ਰਸਤੀ 'ਚ ਹੀ ਸ਼ੌਕ ਕਰਾਂਗੇ ਜੀ ਆਪਣਾ ਪੰਜਾਬ ਕਮੇਟੀ ਦੀ। ਕੋਈ ਰੂਲ ਵਗੈਰਾ ਤੇ ਚੇਂਜ ਨਹੀਂ ਕਰਨਾ ਚਾਹੋਗੇ? ਨਹੀਂ ਜੀ, ਉਹ ਜੋ ਕਰਨਗੇ ਜੀ ਸਾਨੂੰ ਆਮੀਨ ਹੈ ਜੀ। ਅਸੀਂ ਹੁਣ ਸਾਡਾ ਨਾਰਾ ਉਹਨਾਂ ਦੇ ਪਿੱਛੇ ਵੇ ਜੀ। ਉਹ ਜੋ ਕਰ ਦੇਣਗੇ ਸਾਨੂੰ ਐਕਸੈਪਟ ਅਸੀਂ ਕਰਾਂਗੇ, ਕਬੂਲ ਹੈ ਸਾਨੂੰ। ਅੱਛਾ ਉਸਤਾਦ ਜੀ, ਪੰਜਾਬ ਕਮੇਟੀ ਦਾ ਕੋਈ ਐਸਾ ਫੈਸਲਾ ਜਿਹਦੇ ਤੁਹਾਨੂੰ ਤਕਲੀਫ ਦਿੱਤੀ ਹੋਵੇ, ਜਿਹੜਾ ਤੁਹਾਨੂੰ ਅੱਛਾ ਨਾ ਲੱਗਿਆ ਹੋਵੇ?
ਜੀ ਪੰਜਾਬ ਕਮੇਟੀ ਦਾ ਤੇ ਫੈਸਲਾ ਨਹੀਂ ਸੀ, ਕੁਝ ਪੰਜਾਬ ਕਮੇਟੀ ਦੇ ਕੋਈ 2-3 ਮੈਂਬਰਾਂ ਦਾ ਫੈਸਲਾ ਸੀ, ਉਹਦੇ ਦਿਲਦਾਰੀ ਬਹੁਤ ਜ਼ਿਆਦਾ ਹੋਈ ਸੀ ਮੇਰੇ ਨਾਲ, ਉਹ ਸਰਾਸਰ ਬਹੁਤ ਜ਼ਿਆਦਾ ਜ਼ਿਆਦਤੀ ਹੋਈ ਸੀ। 2023 ਦੀ ਗੱਲ ਸੀ, 23 ਦੀ ਮੇਰਾ ਇੱਕ ਬੱਚਾ ਉਹਨਾਂ ਕੱਟਿਆ ਸੀ। ਫਿਰ ਮੈਂ ਉਹ ਬੱਚਾ ਚੌਧਰੀ ਸਾਹਿਬ ਦੇ ਕੋਲ ਲੈ ਕੇ ਵੀ ਗਿਆ ਸਾਂ, ਉਹਨਾਂ ਨੂੰ ਜਾ ਕੇ ਦਿਖਾਇਆ ਸੀ, ਉਹਨਾਂ ਫਿਰ ਬਿਆਨ ਵੀ ਦਿੱਤਾ ਸੀ ਬਿਲਕੁਲ ਆਈ ਬੱਚਾ ਸੀ। ਉਸ ਦੌਰਾਨ ਮੇਰੇ ਨਾਲ ਜੀ ਮੇਰਾ ਉਸ ਟਾਈਮ ਤੇ ਮੇਰਾ ਦਿਲ ਕਰਦਾ ਸੀ ਮੈਂ ਸ਼ੌਕ ਨੂੰ ਅਲਵਿਦਾ ਕਰ ਦਿਆਂ, ਇੰਨੀ ਜ਼ਿਆਦਾ ਮੇਰੇ ਨਾਲ ਜ਼ਿਆਦਤੀ ਹੋਈ ਸੀ। ਤੇ ਲੇਕਿਨ ਫਿਰ ਕੁਛ ਕਮੇਟੀ ਦੇ ਭਰਾ ਮੈਂਬਰ ਜਿਨ੍ਹਾਂ ਗੱਲ ਸੁਣ ਕੇ ਸਾਨੂੰ ਕਲੀਅਰ ਕੀਤਾ ਤੇ ਫਿਰ ਅਸੀਂ ਇਸ ਸ਼ੌਕ ਹੀ ਬਾਲ ਹੋ ਗਿਆ ਜੀ। ਸਹੀ ਹੈ। ਅੱਛਾ ਸਰ ਜੀ, ਇਹ ਜਿਹੜੇ ਕਮੇਟੀਆਂ ਦਾ ਲਿਹਾਕ ਆਪਸ 'ਚ ਇਹ ਕੈਸਾ ਹੈ ਤੁਹਾਡੀ ਨਜ਼ਰ 'ਚ? ਜੀ ਦੇਖੋ ਜੀ, ਇਹ ਸ਼ੌਕ ਹੈ, ਜੀ ਇਹਨੂੰ ਸ਼ੌਕ ਹੋਣਾ ਚਾਹੀਦਾ। ਹੁਣ ਹਰ ਬੰਦੇ ਨਾਲ ਅਗਰ ਅਲਹਾਕ ਹੀ ਕਰ ਲੈਣਾ ਤੇ ਫਿਰ ਸ਼ੌਕ ਕਿਹਦੇ ਨਾਲ ਹੋਣਾ? ਤੁਸੀਂ ਦੇਖ ਲਓ, ਅਲਹਾਕ ਜਿਹੜਾ ਜੀ ਮੇਰੇ ਭਾਈ ਕਹਿ ਰਹੇ ਨੇ, ਭਾਈ ਸਨਾਉਲਾ ਦਾ ਕਹਿਣਾ ਜੀ ਜਿਹੜੇ ਕਮਜ਼ੋਰ ਲੋਕ ਨੇ ਉਹ ਅਲਹਾਕ ਕਰਦੇ ਨੇ। ਤੇ ਲੇਕਿਨ ਅਗਰ ਅਸੀਂ ਵੇਖੋ ਸਾਰੇ ਅਸੀਂ ਭਰਾ ਵਾਂ ਜੀ, ਕੋਈ ਸਾਡਾ ਹਰੀਫ ਨਹੀਂ, ਸਾਰੇ ਅਸੀਂ ਭਰਾ ਦੋਸਤ, ਤੇ ਸਭ ਨੂੰ ਮੇਰਾ ਖਿਆਲ ਹੈ ਕਿ ਸ਼ੌਕ ਆਪਸ ਵਿੱਚ ਕਰਨਾ ਚਾਹੀਦਾ। ਨਹੀਂ, ਕੁਝ ਉਸਤਾਦ ਹੈ ਨੇ ਜਿਹੜੇ ਖੁਦ ਚੈਂਪੀਅਨ ਵੀ ਨੇ ਜੀ ਤੇ ਮਾਸ਼ਾਅੱਲਾ ਉਹਨਾਂ ਨਾਲ ਬਾਜ਼ੀਆਂ ਵੀ ਲੱਗੀਆਂ ਨੇ ਤੇ ਫਿਰ ਸ਼ਾਗਿਰਦੀ ਇਖਤਿਆਰ ਕਰ ਲੈਂਦੇ ਨੇ। ਵੇਖੋ ਨਾ ਜੀ, ਉੱਪਰ ਲੈਵਲ ਤੇ ਉਹਨਾਂ ਦਾ ਲਾ ਕੇ ਨੀਚੇ ਜਿਹੜੇ ਸ਼ਾਗਿਰਦ ਨੇ ਉਹ ਫਿਰ ਵੀ ਆਪਸ ਵਿੱਚ ਸ਼ੌਕ ਕਰ ਰਹੇ ਨੇ। ਮੈਂ ਵੀ ਕਈ ਪੋਸਟਾਂ ਦੇਖੀਆਂ ਨੇ ਜੀ, ਵੱਡੇ ਉਸਤਾਦਾਂ ਦਾ ਲਾ ਕੇ ਨੀਚੇ ਜਿਹੜੇ ਸ਼ਾਗਿਰਦ ਨੇ ਉਹਨਾਂ ਦਾ ਆਪਸ ਵਿੱਚ ਸ਼ੌਕ ਹੋ ਰਿਹਾ। ਅੱਛਾ ਉਸਤਾਦ, ਤੁਹਾਡੀ ਵੀ ਕਿਸੇ ਪਾਰਟੀ ਨਾਲ ਲਿਹਾਕ ਹੈ ਕਿ ਨਹੀਂ? ਜੀ ਸਾਡਾ ਲਹਾਕ ਹੈ ਜੀ, ਉਸਤਾਦ ਰਾਜਾ ਇਫਤਿਕਾਰ ਕਾਕਾ ਸਾਹਿਬ ਬੜੇ ਅੱਛੇ, ਬੜੇ ਨਫੀਸ ਇਨਸਾਨ ਨੇ ਜੀ, ਕੋਈ ਸ਼ੱਕ ਨਹੀਂ। ਤੇ ਅਸੀਂ ਉਹਨਾਂ ਦੀ ਸਰਪ੍ਰਸਤੀ 'ਚ ਸ਼ੌਕ ਕਰ ਰਹੇ ਹਾਂ ਜੀ। ਪੰਜਾਬ ਵਿੱਚ ਜਿਹੜਾ ਉਹ ਸਾਡਾ ਸ਼ੌਕ ਹੈ ਜੀ ਪੰਜਾਬ ਵਿੱਚ, ਉਹ ਉਸਤਾਦ ਰਾਜਾ ਇਫਤਿਕਾਰ ਕਾਕਾ ਸਾਹਿਬ ਦੀ ਸਰਪ੍ਰਸਤੀ 'ਚ ਹੋ ਰਿਹਾ ਜੀ। ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ। ਸਰ ਜੀ, ਕਬੂਤਰਬਾਜ਼ੀ 'ਚ ਤੁਹਾਡਾ ਆਈਡੀਅਲ ਪਰਸਨ ਕਿਹੜਾ ਹੈ? ਮੇਰਾ ਆਈਡੀਅਲ ਜੀ ਇੱਕੋ ਹੀ ਜੀ, ਉਸਤਾਦ ਚੌਧਰੀ ਮੋਇਨਵਾਲ ਘੁੰਮਣ ਸਾਹਿਬ, ਬੜੇ ਲੀਜੈਂਡ, ਬੜੇ ਅੱਛੇ ਪਲੇਅਰ ਬਾਬਾ ਜੀ, ਉਹ ਮਾਸ਼ਾਅੱਲਾ ਜ਼ਿੰਦਾ ਦਿਲ ਬੰਦੇ ਨੇ ਜੀ, ਜ਼ਿੰਦਾ ਦਿਲ ਬੰਦੇ ਨੇ। ਤੇ ਤੁਹਾਡਾ ਪਸੰਦੀਦਾ ਹਰੀਫ? ਹਰੀਫ ਕੋਈ ਨਹੀਂ ਜੀ, ਸਾਡੇ ਭਰਾ ਨੇ। ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਸ਼ੌਕ, ਮੇਰਾ ਮਜ਼ਾ ਜ਼ਿਆਦਾ ਆਉਂਦਾ ਉਸਤਾਦ ਮਿੱਠੂ ਲਾਲੀ, ਉਸਤਾਦ ਹਸਨ ਲਾਲੀ, ਮੇਰੇ ਭਰਾ ਵੀ ਨੇ, ਸਾਡੀ ਗੱਪਸ਼ਪ ਵੀ ਹੁੰਦੀ ਹੈ ਤੇ ਸਾਡਾ 1-to-1 ਮੁਕਾਬਲਾ ਵੀ ਬੜਾ ਟਫ ਟਾਈਮ। ਕਿੰਨੇ ਸਾਲਾਂ ਤੋਂ? ਅਸੀਂ ਜੀ 2021 ਤੋਂ ਉਹਨਾਂ ਨਾਲ ਸ਼ੋਅ ਕਰ ਰਹੇ ਹਾਂ ਜੀ। ਇਸ ਸਾਲ 2026 ਸ਼ੌਕ ਨਹੀਂ ਸੀ ਹੋਇਆ, ਉਹ ਲਾਹੌਰ ਚਲੇ ਗਏ ਸਨ, ਤੇ ਇਸ ਲਈ ਬਾਕੀ 2021 'ਚ ਵੀ ਸ਼ੌਕ ਹੋਇਆ, 2024 'ਚ ਵੀ, 2025 'ਚ ਵੀ। ਸਰ ਜੀ, ਬਾਜ਼ੀਆਂ ਤੋਂ ਨਾ ਲਾਈਆਂ ਗੁਜਰਾਣਾ ਸ਼ੇਖ ਗੁਲਜ਼ਾਰ ਸਾਹਿਬ ਨਾਲ ਵੀ ਲੱਗੇ ਜੀ, ਪੰਜਾਬ 'ਚ ਰੌਂਡੇ, ਲੇਕਿਨ ਤੁਹਾਡੇ ਨਾਲ ਕਿਉਂ ਨਹੀਂ ਲੱਗੇ 2026 ਵਿੱਚ? ਜੀ ਦੇਖੋ ਸਾਡੇ ਭਰਾ ਨੇ ਜੀ, ਸ਼ੌਕ ਦੀ ਖਾਤਰ ਉਹ ਚਨਿਓਟ ਆਪਣਾ ਘਰ ਛੱਡ ਕੇ ਲਾਹੌਰ ਜਾ ਕੇ ਬੈਠੇ ਸਨ। ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਸੀ, ਇਹ ਨਹੀਂ ਕਿ ਸਾਨੂੰ ਪੰਜਾਬ ਵਿੱਚ ਉੱਠ ਕੇ ਉਹਨਾਂ ਨਾਲ ਸ਼ੌਕ ਕਰਨਾ ਚਾਹੀਦਾ ਸੀ। ਸਾਡੇ 11 ਪਰਿੰਦੇ, ਉਹਨਾਂ ਦੇ 7 ਪਰਿੰਦੇ, ਤੇ ਇਸ ਲਿਹਾਜ਼ ਦੇ ਨਾਲ ਮੈਂ ਮੁਨਾਸਬ ਨਹੀਂ ਸਮਝਿਆ ਮੈਂ ਉਹਨਾਂ ਦੇ ਨਾਲ ਸ਼ੌਕ ਕਰਦਾ। ਅਗਰ ਉਹਨਾਂ ਦੇ 11 ਪਰਿੰਦੇ ਹੋ ਜਾਂਦੇ ਤਾਂ ਫਿਰ ਮੈਂ ਸ਼ੌਕ ਕਰ ਲੈਣਾ ਸੀ, ਲੇਕਿਨ ਉਹਨਾਂ ਦੇ 7 ਪਰਿੰਦੇ ਸਨ, ਮੈਂ ਉਸ ਲਿਹਾਜ਼ ਨਾਲ ਨਹੀਂ ਸ਼ੌਕ ਕੀਤਾ। ਸਰ ਜੀ ਮਾਸ਼ਾਅੱਲਾ ਤੁਸੀਂ ਬਹੁਤ ਟਾਰਗੇਟ ਅਚੀਵ ਕੀਤੇ ਨੇ ਜੀ, 1-to-1 ਮੁਕਾਬਲੇ ਵੀ ਵਿਨ ਹੋਏ ਨੇ ਜੀ, ਟੂਰਨਾਮੈਂਟਸ ਵੀ, ਜੀ, ਚੈਂਪੀਅਨ ਵੀ ਬਣੇ ਹੋ। ਜੀ, ਜੀ, ਕੋਈ ਜ਼ਿੰਦਗੀ ਦੀ ਹੈ ਕੋਈ ਟਾਰਗੇਟ ਅਚੀਵ ਕਰਨ ਵਾਲਾ ਰਹਿੰਦਾ ਹੋਵੇ ਕਿ ਯਾਰ ਇਹ ਮੈਂ ਕਰਨਾ ਮੈਂ ਲਾਜ਼ਮੀ? ਜੀ ਇਨਸ਼ਾਅੱਲਾ ਜੀ, ਕੋਸ਼ਿਸ਼ ਹੈਗੀ ਹੈ। 2027 ਦੀ ਉਸਤਾਦ ਫਰੂਕ ਆਜ਼ਮ ਖਾਨ ਸਾਹਿਬ ਦਾ ਰਿਕਾਰਡ ਹੈ ਜੀ 155 ਘੰਟੇ ਕੁਛ ਮਿੰਟ, ਤੇ ਬੜਾ ਆਪਣੇ ਭਾਈ ਦਾ ਤਰਲਾ ਲਿਆ ਜੀ, ਇਹਨਾਂ ਨੂੰ ਆਖਿਆ ਅੱਗੇ ਅਸੀਂ ਹਨੇਰੇ ਦੀ ਜ਼ਰਾ ਕੋਈ ਥੋੜ੍ਹੀ ਜਿਹੀ ਘੱਟ ਤਿਆਰੀ ਕਰਨੇ ਆ। ਇਹ ਸਾਲ ਅਸੀਂ ਬੈਠ ਕੇ ਇਹੀ ਵਾਅਦਾ ਕੀਤਾ, ਅਸੀਂ ਜਿੰਨੇ ਜਿਹੜਾ ਕਬੂਤਰ ਰੋਕਾਂਗੇ ਅਸੀਂ ਉਹਨੂੰ ਹਨੇਰੇ ਦਾ ਲਗਾ ਕੇ ਮਾਸਟਰ ਕਰਕੇ ਰੋਕਾਂਗੇ, ਚਾਹੇ ਸਾਡੇ ਕੋਲ ਥੋੜ੍ਹੇ ਪਰਿੰਦੇ ਤਾਦਾਦ ਵਿੱਚ ਆਉਣ, ਲੇਕਿਨ ਇਨਸ਼ਾਅੱਲਾ 2027 ਦਾ ਬਹੁਤ ਅੱਛਾ ਸ਼ੌਕ ਹੋਏਗਾ। ਤੇ ਇਨਸ਼ਾਅੱਲਾ ਪਹਿਲੇ ਦੇ ਮੁਤਾਬਕ ਅੱਛੇ ਪਰਿੰਦੇ ਉੱਡਣਗੇ, ਅੱਛਾ ਸ਼ੌਕ ਹੋਏਗਾ ਪੰਜਾਬ ਵਿੱਚ। ਅੱਛਾ ਉਸਤਾਦ ਜੀ, ਕੁਝ ਸਾਡੇ ਯੰਗ ਪਲੇਅਰ ਉਹਨਾਂ ਨੂੰ ਟਿਪ ਦੇ ਦਿਓ ਲਾਈਟਾਂ ਤੇ ਲਗਾਉਣ ਵਾਸਤੇ ਕਬੂਤਰਾਂ ਨੂੰ। ਲਾਈਟਾਂ ਤੇ ਜੀ ਹੁੰਦੀ ਕਿ ਸਾਡੇ ਆਪਣੇ ਤੇ ਲਾਈਟਾਂ ਤੇ ਲੱਗੇ ਨਹੀਂ ਐਡੇ, ਅਸੀਂ ਕਿਸੇ ਨੂੰ ਕੀ ਟਿਪ ਦੇਣੀ ਹੈ? ਨਹੀਂ, ਤੁਸੀਂ ਕਿਹੜੀ ਤਰਤੀਬ ਫੜੀ ਹੈ ਲਾਈਟਾਂ ਲਗਾਉਣ? ਅਸੀਂ ਜਿਹੜਾ ਨਾ ਜੀ ਜ਼ਿਆਦਾ ਲਾਈਟਾਂ ਤੇ ਲਗਾਉਣ ਵਾਸਤੇ ਕਬੂਤਰਾਂ ਨੂੰ ਇੱਕ ਤੇ ਰਾਤ ਨੂੰ ਦਾਣਾ ਡਾਲੀਦਾ, ਦੂਸਰਾ ਇਹ ਵੇ ਕਿ ਰਾਤ ਨੂੰ 10 ਵਜੇ ਤੱਕ ਬੱਚੇ ਜਿਹੜੇ ਨੇ ਬਾਹਰ ਛੱਡੀ ਦੇ ਬਾਹਰ ਫਿਰਦੇ ਟੁਰਦੇ ਰਹਿੰਦੇ ਨੇ, ਉੱਡਦੇ ਰਹਿੰਦੇ ਨੇ 11-12 ਵਜੇ ਤੱਕ, ਉਹਨਾਂ ਨੂੰ ਬਾਹਰ ਛੱਡ ਦੇਈਦਾ।
ਉਸ ਤੋਂ ਬਾਅਦ ਜਦੋਂ ਸਾਡੇ ਕਬੂਤਰ ਸਰ ਹੋ ਜਾਂਦੇ ਨੇ ਅਸੀਂ ਉਹਨਾਂ ਨੂੰ ਸੀ ਕੇ ਅਸੀਂ ਉਹਨਾਂ ਨੂੰ ਸ਼ਾਮ ਟਾਈਮ ਬਾਹਰ ਨਿਕਾਲੀਦਾ, ਨਾਲੇ ਰਵਾਂ ਹੋ ਜਾਂਦੇ ਨੇ, ਨਾਲੇ ਕੋਈ ਲਾਈਟਾਂ ਲੂਟਾਂ ਦੀ ਕੋਈ ਥੋੜ੍ਹੀ ਬਹੁਤ ਟ੍ਰੇਨਿੰਗ ਆ ਜਾਂਦੀ ਹੈ। ਲੇਕਿਨ ਇਸ ਦਫਾ ਸਾਡਾ ਜਿਹੜਾ ਮਿਸ਼ਨ ਹੈ ਜੀ, ਅਸੀਂ ਰੋਕਣੇ ਹੀ ਉਦੋਂ ਰੋਕਣਾ ਕਬੂਤਰ ਜਿਹੜਾ ਬੱਚਾ ਲਾਈਟਾਂ ਦਾ ਲੱਗ ਕੇ ਮਾਸਟਰ ਹੋ ਜਾਏਗਾ, ਉਹਨੂੰ ਰੋਕਣਾ ਜੀ। ਪਹਿਲੇ ਅਸੀਂ ਜਿਹੜੇ ਅੱਛੇ ਉੜਦੇ ਸਾਂ, ਕੋਈ ਪਰਿੰਦੇ ਲਾਈਟਾਂ ਦੇ ਲੱਗਦੇ ਸਾਨੂੰ ਕੋਈ ਨਹੀਂ ਸੀ ਲੱਗਦੇ ਕਿ ਅੱਛਾ ਚਲੋ ਰੋਕ ਲਈ ਹੈਗਾ ਕੰਮ ਆਏਗਾ। ਲੇਕਿਨ ਇਸ ਦਫਾ ਸਾਡਾ ਲਾਈਟਾਂ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ, ਬੜੇ ਬੜੇ ਅੱਛੇ ਪਰਿੰਦੇ ਸਨ ਸਾਡੇ ਕੋਲ ਜਿਹੜੇ ਹਨੇਰੇ ਦੇ ਨਹੀਂ ਸੀ ਲੱਗੇ, ਜਿਨ੍ਹਾਂ ਨੂੰ ਅਸੀਂ ਨਈ ਬਾਜ਼ੀ 'ਚ ਡਾਲਿਆ। ਤੇ ਇਨਸ਼ਾਅੱਲਾ ਮਜ਼ੀਦ 2027 ਅੱਛਾ ਸ਼ੌਕ ਹੋਏਗਾ, ਅੱਛੀ ਤਿਆਰੀ ਹੋਏਗੀ, ਅੱਲਾਹ ਪਾਕ ਖੈਰ ਕਰੇਗਾ ਇਨਸ਼ਾਅੱਲਾ। ਅੱਛਾ ਉਸਤਾਦ ਜੀ, ਤੁਹਾਡੇ ਪਸੰਦੀਦਾ ਕਬੂਤਰ ਕਿਹੜੇ ਨੇ? ਸਾਡੇ ਕੋਲ ਜੀ ਜ਼ਿਆਦਾ ਜੌਂਸਰੇ ਕਬੂਤਰ ਹੀ ਨੇ ਜੀ। ਅੱਛਾ। ਤੁਸੀਂ ਉਹਨਾਂ ਨੂੰ ਸਿਆਲਕੋਟੀ ਵੀ ਨਾਂ ਦੇ ਸਕਦੇ ਜੀ, ਤੁਸੀਂ ਪਿਪਲਾਂ ਵਾਲਾ ਵੀ ਨਾਂ ਦੇ ਸਕਦੇ ਜੇ। ਸਾਡੇ ਕੋਲ ਕਬੂਤਰ ਜਿਹੜੇ ਮੇਰੀ ਪਸੰਦ ਦੇ ਜੀ, ਸਾਡੇ ਕਬੂਤਰ ਜੌਂਸਰੇ ਨੇ ਜੀ। ਤੇ ਜਿਹੜੇ ਤੁਸੀਂ ਸ਼ੌਕ ਕਰਾਇਆ ਸੀ ਪਹਿਲਾਂ ਗਦੜੇ ਕਬੂਤਰ ਦੇ ਜੀ, ਉਹ ਜੌਂਸਰੇ ਕਬੂਤਰਾਂ 'ਚ ਹੀ ਬਣੇ ਹੋਏ ਨੇ ਜੀ। ਉਹ ਪਿਪਲਾਂ ਵਾਲੇ ਦੀ ਕਰਾਸ ਜੀ ਉਹਨਾਂ 'ਚ ਪਿਪਲਾਂ ਦਾ ਪਰ ਹੈ ਜੀ। ਸਹੀ ਹੈ। ਅੱਛਾ ਉਸਤਾਦ ਜੀ, ਕੋਈ ਜਨਰੇਸ਼ਨ ਨੂੰ, ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਨਵੇਂ ਜਿਹੜੇ ਕਬੂਤਰ ਪਰ ਨੇ ਸ਼ੌਕੀਨ ਹਜ਼ਰਾਤ ਨੇ? ਪੈਗਾਮ ਇਹ ਹੀ ਹੈ ਜੀ, ਇਹ ਪਿਆਰ ਮੁਹੱਬਤ ਦਾ ਸ਼ੌਕ ਹੈ, ਇਹਨੂੰ ਪਿਆਰ ਮੁਹੱਬਤ ਦੇ ਨਾਲ ਕਰਨਾ ਚਾਹੀਦਾ ਹੈ। ਅਕਸਰ ਕਈ ਲੋਕ ਦੇਖੇ ਨੇ ਗਰੁੱਪਾਂ ਦੇ ਵਿੱਚ ਬਹਿਸ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਤਨਾਜ਼ੇ ਮਾਮਲਾਤ ਖਰਾਬ ਹੁੰਦੇ ਨੇ, ਤੇ ਇਸ ਸ਼ੌਕ ਨੂੰ ਬਿਹਤਰੀ ਦੀ ਤਰਫ ਲੈ ਕੇ ਆਓ, ਤੇ ਇਹ ਨਹੀਂ ਕਿ ਇਹਨੂੰ ਨੁਕਸਾਨ ਵਾਲੇ ਪਾਸੇ ਅਸੀਂ ਲੈ ਕੇ ਜਾਈਏ। ਇਹ ਇੱਕ ਪਿਆਰ ਮੁਹੱਬਤ ਦਾ ਸ਼ੌਕ ਹੈ, ਤੇ ਸਾਨੂੰ ਪਿਆਰ ਮੁਹੱਬਤ ਦੇ ਨਾਲ ਕਰਨਾ ਚਾਹੀਦਾ। ਕੋਈ ਸਾਡਾ ਰੀਫ ਨਹੀਂ ਹੈਗਾ, ਤੇ ਨਾ ਕਿਸੇ ਨੂੰ ਰੀਫ ਸਮਝਣਾ ਚਾਹੀਦਾ। ਸਾਰੇ ਸਾਡੇ ਭਰਾ ਨੇ ਜੀ, ਤੇ ਭਰਾ ਬੰਦਗੀ ਦੇ ਨਾਲ, ਪਿਆਰ ਮੁਹੱਬਤ ਦੇ ਨਾਲ ਇਸ ਸ਼ੌਕ ਨੂੰ ਅਗਾਂਹ ਲੈ ਕੇ ਜਾਣਾ ਚਾਹੀਦਾ। ਤੇ ਹੋਰ ਇੱਕ ਰਿਕਵੈਸਟ ਜੀ ਮੇਰੀ ਉਸਤਾਦ ਬਾਊ ਨਾਸਰ ਸਾਹਿਬ ਵਾਸਤੇ, ਉਹਨਾਂ ਜੀ ਕਮੇਟੀ 'ਚੋਂ ਬਾਈਕਾਟ ਕੀਤਾ ਸੀ, ਤੇ ਸਾਡੀ ਰਿਕਵੈਸਟ ਹੈ ਜੀ, ਤੁਹਾਡੇ ਨਾਲ ਸਾਡਾ ਸ਼ੌਕ ਹੈ ਜੀ, ਸਾਡੀ ਅਪੀਲ ਰਿਕਵੈਸਟ ਹੀ ਹੈ ਜੀ, ਤੁਸੀਂ ਦੁਬਾਰਾ ਆਪਣੀ ਕਮੇਟੀ ਦੇ ਵਿੱਚ ਦੁਬਾਰਾ ਆਓ ਤੇ ਇਸ ਸ਼ੌਕ ਨੂੰ ਅੱਗੇ ਲੈ ਕੇ ਜਾਓ। ਅੱਛਾ ਉਸਤਾਦ ਜੀ, ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਦੀ, ਤੇ ਸੋਸ਼ਲ ਮੀਡੀਆ ਦੇ ਪਿੱਛੇ ਕਰਕੇ ਚੱਲ ਰਿਹਾ ਕਾਫੀ ਮਸਲਾ ਚੜਿਆ ਸੀ ਲਾਹੌਰ ਦਾ ਤੇ ਲਾਲੀ ਬਰਾਦਰਾਂ ਦਾ। ਜੀ ਬਿਲਕੁਲ, ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਹੀ ਜਿਹੜਾ ਸ਼ੌਕ ਆਪਣੇ ਇਖਤਤਾਮ ਤੱਕ ਨਹੀਂ ਪਹੁੰਚਿਆ, ਵਿੱਚ ਹੀ ਮਾਮਲਾ ਸਾਰੇ ਖਰਾਬ ਹੋ ਗਏ, ਤੇ ਇਸ ਵਜ੍ਹਾ ਤੋਂ ਹੀ ਹੋਏ ਨੇ ਜੀ ਸਾਰੇ। ਤੇ ਇਹ ਜੇ ਫਿਰ ਨੁਕਸਾਨ ਵਾਲੇ ਪਾਸੇ ਜਾਏਗਾ ਜੀ, ਨਹੀਂ ਬਿਹਤਰ। ਪਹਿਲੇ ਹੀ ਕਈ ਲੋਕ ਨੇ ਜਿਹੜੇ ਇਹਨਾਂ ਨੂੰ ਸ਼ੌਕ ਨੂੰ ਅੱਛਾ ਨਹੀਂ ਸਮਝਦੇ, ਤੇ ਬਿਹਤਰ ਇਹ ਹੀ ਹੈ ਜਿਹਨੂੰ ਪਿਆਰ ਮੁਹੱਬਤ ਦੇ ਨਾਲ ਕਰੋ, ਤੇ ਪਿਆਰ ਮੁਹੱਬਤ ਦੇ ਨਾਲ ਲੈ ਕੇ ਅਗਾਂਹ ਚੱਲੋ। ਇਹ ਤੇ ਹੋਇਆ ਗਲਤ ਸਾਈਡ ਸੋਸ਼ਲ ਮੀਡੀਆ ਦੀ, ਜੀ ਕੋਈ ਪੋਜ਼ਿਟਿਵ ਸਾਈਡ ਵੀ ਹੈ ਨੇ ਇਸ ਸ਼ੌਕ ਦੇ ਵਿੱਚ ਸੋਸ਼ਲ ਮੀਡੀਆ ਦਾ ਕਿ ਨਹੀਂ? ਜੀ ਹੈ ਨੇ ਜੀ, ਕਿਉਂ ਨਹੀਂ ਹੈ ਜੀ। ਜਿੱਦਤ ਲਿਆਂਦੀ ਹੈ ਨਾ। ਜੀ ਜੀ ਬਿਲਕੁਲ ਜੀ। ਠੀਕ ਹੈ ਉਸਤਾਦ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੀ ਕੀਮਤੀ ਵਕਤ ਸਾਡੇ ਲਈ ਟਾਈਮ ਕੱਢਿਆ। जी कोई गल नहीं, तुसी भराओ साडे जी, शुक्रिया वाली केड़ी गल, तुहाडा अपना कार है जी। ठीक है नाज़रीन, हमें इजाज़त दें। अगर हमारी वीडियो आपको पसंद है तो लाइक करें, शेयर करें और सब्सक्राइब करें हमारा चैनल है गल्फ पिजन न्यूज़, और दुआओं में याद रखें। अल्लाह हाफिज़।